ਸਭ ਨੂੰ ਜੀ ਆਇਆਂ ਨੂੰ। ਮੇਰੇ ਨਾਲ ਜੁੜ ਚੁੱਕੇ ਨੇ ਰਜਿੰਦਰ ਮਹਿੰਦਰੂ ਜੀ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੋਂ। ਮਹਿੰਦਰੂ ਜੀ, ਅੱਜ ਦੀ ਗੱਲ ਕਰੀਏ ਤੇ ਅੱਜ ਕਹਿੰਦੇ ਜੀ ਚੱਲ ਰਿਹਾ ਸਾਡਾ ਸੈਸ਼ਨ ਸ਼ੁਰੂ ਹੋਣ ਲੱਗਾ। ਅੱਜ ਇਜਲਾਸ ਕੇਂਦਰ ਦੇ ਵਿੱਚ ਲੋਕ ਸਭਾ ਵਿਧਾਨ ਸਭਾ ਦੀ ਕਾਰਵਾਈ ਚੱਲਣੀ ਹੈ ਲਗਾਤਾਰ। ਸੈਸ਼ਨ ਜਿਹੜਾ ਸੰਸਦ ਦਾ ਸੱਦਿਆ ਜਾ ਰਿਹਾ। ਗੱਲ ਉਹਦੇ ਤੇ ਇਹ ਆ ਰਹੀ ਆ ਮੁਲਕੇ ਬਾਰ-ਬਾਰ ਕਿ ਮਨੀਪੁਰ ਦੀ ਚਰਚਾ ਵਾਸਤੇ ਜ਼ੋਰ ਪਾਇਆ ਜਾ ਰਿਹਾ ਕਿ ਮਨੀਪੁਰ ਦੇ ਵਿੱਚ ਜੋ ਕੁਝ ਘਟਨਾਵਾਂ ਹੱਤਿਆ ਦੀਆਂ ਵਾਪਰ ਰਹੀਆਂ ਨੇ, 160 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, ਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਭਖਿਆ ਹੋਇਆ ਕੰਮ ਹੈ, ਕਹਿੰਦੇ ਉਹਦੇ ਉੱਤੇ ਚਰਚਾ ਜਿਹੜੀ ਜ਼ਰੂਰ ਕੀਤੀ ਜਾਵੇ। ਨਾਲ ਦੀ ਨਾਲ ਕੋਸ਼ਿਸ਼ ਇਹ ਵੀ ਹੋ ਰਹੀ ਹੈ ਕਿ ਜਿਹੜੇ ਦਿੱਲੀ ਦੇ ਬਾਰੇ ਇੱਕ ਨਵਾਂ ਜਿਹੜਾ ਬਿੱਲ ਲੈ ਕੇ ਆਂਦਾ ਆ ਸਰਕਾਰ ਨੇ, ਨੋਟੀਫਿਕੇਸ਼ਨ ਆ, ਉਹਨੂੰ ਵੀ ਚੁਣੌਤੀ ਦਿੱਤੀ ਜਾਵੇ, ਉਹਨੂੰ ਵੀ ਮੁੱਦਾ ਬਣਾਇਆ ਜਾਵੇ। ਕਹਿੰਦੇ ਜੀ ਉਹਦੇ ਉੱਤੇ ਬਹਿਸ ਜਿਹੜੀ ਸਾਡੇ ਨਾਲ ਜ਼ਰੂਰ ਕਰੋ। ਤੇ ਹਾਲਾਂਕਿ ਸਰਕਾਰ ਨੇ ਬੜੇ ਪ੍ਰਭਾਵਸ਼ਾਲੀ ਬਿੱਲ ਨੇ, ਬੜੇ ਕ੍ਰਾਂਤੀਕਾਰੀ ਤਬਦੀਲੀਆਂ ਵਾਲੇ ਬਿੱਲ ਨੇ ਜਿਹੜੇ ਪੇਸ਼ ਕਰਨੇ ਨੇ, ਤੇ ਸਰਕਾਰ ਨੂੰ ਲੱਗਦਾ ਕਿ ਵਿਰੋਧੀ ਧਿਰਾਂ ਵੀ ਉਹਦਾ ਸਾਥ ਦੇਣਗੀਆਂ। ਪਰ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਉਹ ਆਪੋ ਆਪਣੇ ਢੰਗ ਨਾਲ ਪਿਕ ਐਂਡ ਚੂਜ਼ ਦਾ ਕੰਮ ਵੀ ਕਰਦੀਆਂ ਨਜ਼ਰ ਆ ਰਹੀਆਂ। ਤੇ ਇੱਥੇ ਗੱਲ ਕਰੀਏ ਤੇ ਜਿੱਥੇ ਬੀਜੇਪੀ ਦਾ ਸ਼ਾਸਨ ਹੈ ਮਨੀਪੁਰ ਦੇ ਵਿੱਚ, ਇਸ ਕਰਕੇ ਉਹਨੂੰ ਇਸ਼ੂ ਬਣਾਇਆ ਜਾ ਰਿਹਾ। ਤੇ ਦੂਜੇ ਪਾਸੇ ਗੱਲ ਕਰੀਏ ਪੱਛਮੀ ਬੰਗਾਲ ਦੀ, ਉੱਥੇ ਉਹ ਧਿਰ ਕਾਬਜ਼ ਹੈ ਜਿਹਦੇ ਵਿੱਚ ਕਿ ਇਹ ਜਿਹੜੀਆਂ 26 ਪਾਰਟੀਆਂ ਨੇ ਵਿਰੋਧੀ ਧਿਰ ਦੀਆਂ, ਉਹਦੀ ਹੀ ਇੱਕ ਜਿਹੜੀ ਪਾਰਟੀ ਹੈ ਉਹ ਉਹਦੇ ਚ ਸੱਤਾ ਦੇ ਕਾਬਜ਼ ਹੈ, ਮਮਤਾ ਬੈਨਰਜੀ। ਤੇ ਮਮਤਾ ਬੈਨਰਜੀ ਦੇ ਰਾਜ ਵਿੱਚ ਪਿੱਛੇ ਲੋਕ ਸਭਾ ਦੀਆਂ ਜਦੋਂ ਚੋਣਾਂ ਹੁੰਦੀਆਂ, ਉਹ ਵੀ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਤਾਂ ਵੀ, ਤੇ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੋਂ ਦੀਆਂ ਪੰਚਾਇਤੀ ਚੋਣਾਂ ਹੋਈਆਂ ਉਹਦੇ ਵਿੱਚ ਵੀ ਜਿਹੜੀ ਹਿੰਸਾ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ। ਉੱਥੇ ਇੱਕ ਆਮ ਵੋਟਾਂ ਦੇ ਵਾਸਤੇ ਹਿੰਸਾ ਹੋ ਜਾਂਦੀ ਹੈ। ਤੇ ਇਸ਼ੂ ਕਹਿੰਦੇ ਸੋਚ ਰਹੀ ਹੈ ਬੀਜੇਪੀ ਕਿ ਸ਼ਾਇਦ ਉਹ ਇਹਦੇ ਮੁਕਾਬਲੇ ਉੱਤੇ ਅਗਰ ਜਿਹੜਾ ਪੱਛਮੀ ਬੰਗਾਲ ਦਾ ਇਸ਼ੂ ਜਿਹੜਾ ਉਹਨੂੰ ਵੀ ਉਭਾਰ ਸਕਦੀ ਹੈ। ਤੇ ਉਸ ਤੋਂ ਬਾਅਦ ਗੱਲ ਜਦੋਂ ਹੁਣ ਗੱਠਜੋੜ ਹੋ ਗਿਆ 26 ਪਾਰਟੀਆਂ ਦਾ, ਉਹਦੇ ਪੰਜਾਬ ਉੱਤੇ ਵੀ ਅਸਰ ਪੈਂਦੇ ਨਜ਼ਰ ਆ ਰਹੇ ਨੇ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਤੇ ਉਹ ਅਖਾਣ ਜਿਹੜੀ ਢੁਕਵੀਂ ਜਾਪਦੀ ਹੈ, ਕਹਿੰਦੇ ਸੱਪ ਦੇ ਮੂੰਹ ਚ ਕੋੜ ਕਰ ਲਈ, ਜੇ ਖਾਵੇ ਤਾਂ ਕੋੜੀ, ਜੇ ਛੱਡੇ ਤਾਂ ਕਲੰਕੀ। ਕਿ ਲਓ ਜੀ ਮਾੜੀ ਮੋਟੀ ਇੱਕ ਛੋਟਾ ਜਿਹਾ ਜ਼ਹਿਰੀਲਾ ਇੱਕ ਜੀਵ ਸੀ, ਇਹਨੂੰ ਵੀ ਨਹੀਂ ਨਿਗਲ ਸਕਿਆ, ਇਹ ਕਾਹਦਾ ਜ਼ਹਿਰੀ ਹੋਇਆ। ਸੋ ਸਮੱਸਿਆਵਾਂ ਬੜੀਆਂ ਨੇ, ਹੋਰ ਵੀ ਬੜੀਆਂ ਖਬਰਾਂ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਨੀ ਹੈ। ਤੇ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਮਨੀਪੁਰ ਵਾਲੇ ਮਾਮਲੇ ਦੀ। ਕਿਵੇਂ ਦੇਖਦੇ ਹੋ ਮਨੀਪੁਰ ਔਰ ਪੱਛਮੀ ਬੰਗਾਲ ਦੇ ਆਪਸ ਵਿੱਚ ਕੀ ਫਰਕ ਹੈ? ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਮਨੀਪੁਰ ਇੱਕ ਐਸੀ ਪੋਜੀਸ਼ਨ ਦੇ ਵਿੱਚ ਹੈ ਕਿ ਉੱਥੇ ਬੀਜੇਪੀ ਦੇ ਨਾਲ ਹੈ, ਲੇਕਿਨ ਜਿਹੜਾ ਉੱਥੇ ਹਾਲਾਤ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਬਣ ਚੁੱਕੇ, ਜਿਸ ਦੇ ਲਈ ਦੇਸ਼ ਦੇ ਕਈ ਰਾਜਾਂ ਦੇ ਵਿੱਚ ਅੱਜ ਵੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਧਰਮ ਪਰਿਵਰਤਨ ਦਾ ਮੁੱਦਾ ਹੈ, ਉਸ ਮੁੱਦੇ ਦੇ ਉੱਤੇ ਉੱਥੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਕੰਮ ਹੋਇਆ ਜੀ। ਤਾਂ ਉਸ ਕੰਮ ਨੂੰ ਜਦੋਂ ਧਿਆਨ ਦੇ ਵਿੱਚ ਨਹੀਂ ਲਿਆਂਦਾ ਗਿਆ ਔਰ ਉਹਨਾਂ ਦੇ ਉੱਤੇ ਰਹਿੰਦੇ ਸਮੇਂ ਦੇ ਵਿੱਚ ਕਾਰਵਾਈਆਂ ਨਹੀਂ ਕੀਤੀਆਂ ਗਈਆਂ, ਤਾਂ ਉਹ ਲੋਕ ਜਿਹੜੇ ਹੈ ਬਹੁ ਗਿਣਤੀ ਤੋਂ ਘੱਟ ਕੇ ਘੱਟ ਗਿਣਤੀ ਵਾਲੇ ਕੈਟਾਗਰੀ ਦੇ ਵਿੱਚ ਆ ਗਏ। ਹੁਣ ਉੱਥੇ ਹਾਲਾਤ ਇਹ ਹੈ ਕਿ ਜਦੋਂ ਹੁਣ ਉੱਥੇ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਆ ਰਹੀ ਹੈ ਤੇ ਇਸ ਮੁੱਦੇ ਨੂੰ ਲੈ ਕੇ ਜਦੋਂ ਉਹ ਰੋਕਣ ਦੀ ਗੱਲ ਕਰਦੇ ਆ ਤਾਂ ਫਿਰ ਉੱਥੇ ਤਕਰਾਰ ਹੋ ਰਿਹਾ, ਔਰ ਉਹ ਤਕਰਾਰ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਹੋਇਆ ਅੱਜ ਇੱਕ ਹਿੰਸਾ ਦੇ ਰੂਪ ਦੇ ਵਿੱਚ ਜਿਹੜਾ ਉਹ ਪਰਿਵਰਤਿਤ ਹੋ ਚੁੱਕਿਆ। ਹੁਣ ਸਰਕਾਰ ਦੀ ਉੱਥੇ ਜੇ ਉਹ ਉੱਥੇ ਸਖਤੀ ਦੇ ਨਾਲ ਕੋਈ ਕਾਰਵਾਈ ਕਰਦੀ ਹੈ ਤਾਂ ਜਿਹੜੇ ਘੱਟ ਗਿਣਤੀ ਵਾਲੇ ਕੁਝ ਮਾਈਨੋਰਿਟੀ ਕਮਿਸ਼ਨਸ ਹੈ, ਫਿਰ ਉਹ ਅੱਗੇ ਆ ਜਾਂਦੇ ਆ ਕਿ ਇਹਨਾਂ ਦੇ ਉੱਤੇ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ। ਜੇ ਉਹ ਉਹਨਾਂ ਦੇ ਉੱਤੇ ਜ਼ਿਆਦਤੀਆਂ ਜਾਂ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਕਰਦੇ ਤਾਂ ਫਿਰ ਉਹਦੇ 'ਚ ਇਹ ਦਿੱਕਤ ਆ ਜਾਂਦੀ ਹੈ ਕਿ ਉਹ ਲੋਕ ਜਿਹੜਾ ਆਪਣਾ ਇਨਸਾਨੀ ਧਰਮ ਨੂੰ ਵੀ ਨਾ ਨਿਭਾਉਂਦੇ ਹੋਏ ਜਿਹੜਾ ਆਪਣੇ ਸ਼ਕਤੀ ਪ੍ਰਦਰਸ਼ਨ ਕਰਦੇ ਆ ਔਰ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਘਰਾਂ ਦੇ ਉੱਤੇ, ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ, ਔਰ ਲੋਕਾਂ ਦੀਆਂ ਬਹੂ ਬੇਟੀਆਂ ਦੇ ਨਾਲ ਜਿਹੜਾ ਆ ਉਹ ਜ਼ੋਰ ਜ਼ਬਰਦਸਤੀ ਕਰਦੇ ਆ, ਜਿਹੜੇ ਕਿ ਹਰ ਐਂਗਲ ਤੋਂ ਗਲਤ ਕਰਾਰ ਦਿੱਤੇ ਜਾਂਦੇ ਨੇ। ਤੇ ਉੱਥੇ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਆ ਕਿਉਂਕਿ ਉਹ ਇੱਕ ਸੀਮਾ ਪਾਰ ਦੇ ਨਾਲ ਲੱਗਦਾ ਇਲਾਕਾ ਆ,
ਉਧਰੋਂ ਵੀ ਕਈ ਤਰ੍ਹਾਂ ਦੇ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਆਪਣੇ ਇਸ ਸ਼ੋਅ ਦੇ ਵਿੱਚ ਗੱਲ ਹੋਈ ਸੀ, ਵਾਰਤਾਲਾਪ ਦੇ ਵਿੱਚ, ਕਿ ਉੱਥੋਂ ਮੋਟਰ ਬਾਈਕ ਜਿਹੜੀਆਂ ਬਾਹਰ ਲੱਖ 1.5 ਲੱਖ ਰੁਪਏ ਦੀਆਂ ਉੱਥੇ ਮਾਤਰ 20-25 ਹਜ਼ਾਰ ਰੁਪਏ ਦੇ ਵਿੱਚ ਅਸੈਂਬਲ ਕਰਕੇ ਲੋਕਾਂ ਨੂੰ ਦੇ ਦਿੱਤੀਆਂ ਜਾਂਦੀਆਂ ਬਿਨਾਂ ਨੰਬਰ ਪਲੇਟ ਦੀਆਂ, ਜਿਹੜੀਆਂ ਉਹ ਕ੍ਰਾਈਮ ਕਰਨ ਵਾਲੇ ਲੋਕ ਜਿਹੜੇ ਆ ਇਸਤੇਮਾਲ ਕਰਦੇ ਆ। ਇਸੇ ਤਰ੍ਹਾਂ ਕਈ ਤਰ੍ਹਾਂ ਦੇ ਹਥਿਆਰ ਉੱਥੋਂ ਜਿਹੜੇ ਆ ਜਾਂਦੇ ਆ ਸੀਮਾ ਪਾਰ ਤੋਂ। ਤੇ ਇਹ ਸੀਮਾਵਰਤੀ ਇਲਾਕਾ ਹੋਣ ਕਾਰਨ ਵੀ ਔਰ ਇੱਕ ਜਿਹੜਾ ਧਰਮ ਪਰਿਵਰਤਨ ਦੇ ਮੁੱਦੇ ਲੈ ਕੇ ਔਰ ਕਈ ਤਰ੍ਹਾਂ ਦੇ ਉੱਥੇ ਮੁੱਦੇ ਜਿਹੜੇ ਆ ਜ਼ਮੀਨੀ ਸਤਰ ਦੇ ਉੱਤੇ ਜਿਹੜਾ ਆ ਹਿੰਦੂ ਮੁਸਲਿਮ ਦਾ ਵੀ ਬੜਾ ਮੁੱਦਾ ਆ ਤੇ ਕਈ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਬਹੁਤ ਅਸਮੰਜਸ ਵਾਲੇ ਹਾਲਾਤ ਹੈ। ਤੇ ਉੱਥੇ ਜਿਸ ਤਰ੍ਹਾਂ ਵੀ ਹੈ ਸਰਕਾਰ ਨੂੰ ਚਾਹੀਦਾ ਹੈ, ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਉੱਥੇ ਸ਼ਾਂਤੀ ਜਿਹੜੀ ਹੈ ਉਹ ਬਹਾਲ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਤੇ ਅੱਜ ਜਿੱਦਾਂ ਇਹ ਇਜਲਾਸ ਤੁਸੀਂ ਦੱਸਿਆ ਵੀ ਸ਼ੁਰੂ ਹੋਣ ਜਾ ਰਿਹਾ, ਉਸ ਦੇ ਵਿੱਚ ਚਰਚਾ ਹੋਣੀ ਇਸ ਦੀ ਸੁਭਾਵਿਕ ਹੈ, ਲੇਕਿਨ ਵਿਰੋਧੀ ਧਿਰਾਂ ਨੂੰ ਵੀ ਪਾਰਟੀ ਤੋਂ ਉੱਪਰ ਉੱਠ ਕੇ, ਰਾਜਨੀਤੀ ਤੋਂ ਉੱਤੇ ਉੱਠ ਕੇ ਇਨਸਾਨੀ ਧਰਮ ਨੂੰ ਅੱਗੇ ਰੱਖਦੇ ਹੋਏ ਸਰਕਾਰ ਦੇ ਨਾਲ ਇਸ ਮੁੱਦੇ ਦੇ ਉੱਤੇ ਖੁੱਲ ਕੇ ਚਰਚਾ ਕਰਨੀ ਚਾਹੀਦੀ ਹੈ ਔਰ ਇਸ ਦਾ ਕੋਈ ਐਸਾ ਹੱਲ ਕੱਢਣਾ ਚਾਹੀਦਾ ਜਿਸ ਦੇ ਵਿੱਚ ਰਾਜਨੀਤੀ ਤੋਂ ਉੱਤੇ ਉੱਠ ਕੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਜਾਵੇ, ਇਨਸਾਨੀਅਤ ਦੇ ਲਈ ਕੰਮ ਕੀਤਾ ਜਾਵੇ ਤਾਂ ਕਿ ਐਸਾ ਕੋਈ ਰਸਤਾ ਕੱਢਿਆ ਜਾਵੇ ਜਿਸ ਦੇ ਵਿੱਚੋਂ ਬਹੁਤ ਵਧੀਆ ਸ਼ਾਂਤੀਪੂਰਵਕ ਜਿਹੜਾ ਆ ਉੱਥੇ ਸ਼ਾਂਤੀ ਬਹਾਲ ਹੋ ਸਕੇ ਔਰ ਉਸ ਦਾ ਸੰਦੇਸ਼ ਪੂਰੀ ਦੁਨੀਆ ਦੇ ਵਿੱਚ ਇੱਕ ਜਾਵੇ ਕਿ ਪਾਰਟੀਆਂ ਨੇ ਰਲ ਕੇ ਉੱਥੇ ਕੰਮ ਕੀਤਾ, ਨਾ ਕਿ ਉੱਥੇ ਰਾਜਨੀਤੀ ਦਾ ਮੁੱਦਾ ਬਣਾ ਕੇ ਇੱਕ ਦੂਸਰੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇ। ਮੇਰਾ ਐਸਾ ਮੰਨਣਾ ਹੈ। ਬਿਲਕੁਲ ਜੀ ਮਹਿੰਦਰੋ ਜੀ, ਇਹ ਚ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਮਨੀਪੁਰ ਦੀ ਗੱਲ ਕਰੀਏ, ਮਨੀਪੁਰ ਦੇ ਵਿੱਚ ਹਿੰਦੂ ਵਰਸਸ ਮੁਸਲਮਾਨ ਦਾ ਨਹੀਂ, ਹਿੰਦੂ ਵਰਸਸ ਕ੍ਰਿਸਚੀਅਨਿਟੀ ਦਾ ਜ਼ਿਆਦਾ ਚੱਕਰ ਪਿਆ ਹੋਇਆ। ਜਿਹੜੇ ਧਰਮ ਪਰਿਵਰਤਨ ਇੱਕੋ ਗੱਲ ਹੈ ਜੀ। ਜੀ ਜਿਹੜੇ ਨਹੀਂ ਬੜਾ ਫਰਕ ਹੈ ਜੀ, ਲੇਕਿਨ ਕਰ ਕੌਣ ਰਿਹਾ ਉਸ ਚੀਜ਼ ਦਾ ਵੀ ਕਲੀਅਰ ਦੱਸਣਾ ਚਾਹੀਦਾ ਆਪਾਂ ਨੂੰ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਉੱਥੇ ਕ੍ਰਿਸਚੀਅਨਿਟੀ ਹੈ ਜਿਹੜੀ ਕਿ ਇਸ ਗੱਲ ਨੂੰ ਲੈ ਕੇ ਚੱਲ ਰਹੀ ਹੈ, ਜਿਹਦਾ ਕਿ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਦਬਦਬਾ ਜਿਹੜਾ ਦੇਖਣ ਨੂੰ ਮਿਲੇ। ਸਮੱਸਿਆ ਇਹ ਹੈ ਕਿ ਜਿਹੜੇ ਸਵਦੇਸ਼ੀ ਕਬੈਲੀ ਆਗੂ ਆ, ਜਿਹੜੇ ਇੱਥੋਂ ਦੇ ਮੂਲ ਵਾਸੀ ਕਹਿੰਦੇ ਨੇ ਆਪਣੇ ਆਪ ਨੂੰ, ਉਹਨਾਂ ਦੀ ਸੰਸਥਾ ਆ ITLF, ਉਹਨੇ ਇਹ ਜਿਹੜੇ ਵਾਰਦਾਤਾਂ ਹਿੰਸਾ ਦੀਆਂ ਹੋ ਰਹੀਆਂ ਨੇ ਉਹਦੇ ਖਿਲਾਫ ਅੱਜ ਪ੍ਰਦਰਸ਼ਨ ਕਰਨਾ ਸੀ। ਉਸ ਤੋਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਉਂਦਾ ਹੈ ਕਿ ਰਿਲੀਜ਼ ਕੀਤਾ ਜਾਂਦਾ ਵੀਡੀਓ, ਜਿਹਦੇ ਵਿੱਚ ਜਿਹੜੇ ਕਨਵਰਟਡ ਲੋਕ ਨੇ ਉਹ ਇੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਨਗਨ ਹਾਲਤ ਵਿੱਚ ਜਿਹੜੇ ਆ ਘੁਮਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਬਾਅਦ 'ਚ ਇਹ ਵੀ ਸ਼ਿਕਾਇਤ ਆਉਂਦੀ ਹੈ ਕਿ ਉਹਨਾਂ ਨਾਲ ਜਬਰ ਜਨਾਹ ਵੀ ਕੀਤਾ ਗਿਆ ਤੇ ਉਹਨਾਂ ਨਾਲ ਹੱਤਿਆ ਵੀ ਉਹਨਾਂ ਦੀ ਕੀਤੀ ਗਈ। ਤੋ ਇਹ ਜੋ ਇਸ਼ੂ ਇਸ ਕਰਕੇ ਬਣਾਇਆ ਗਿਆ, ਇਹ ਜਾਇਜ਼ ਠਹਿਰਾਉਣ ਵਾਸਤੇ ਕਿ ਸਾਡਾ ਜਿਹੜਾ ਸੰਘਰਸ਼ ਆ, ਸਾਡੀ ਜਿਹੜੀ ਮੰਗ ਹੈ ਉਹ ਬਿਲਕੁਲ ਜਾਇਜ਼ ਹੈ। ਸਾਡੇ ਨਾਲ ਵਧੀਕੀ ਬਹੁਤ ਜ਼ਿਆਦਾ ਹੋਈ ਹੈ, 160 ਦੇ ਕਰੀਬ ਮੌਤਾਂ ਹੋਈਆਂ। ਸੱਚਮੁੱਚ ਮੁੱਦਾ ਇਹ ਸੰਵੇਦਨਸ਼ੀਲ ਹੈ। ਪਰ ਜਿਵੇਂ ਤੁਸੀਂ ਗੱਲ ਕਹੀ ਹੈ, ਵਿਰੋਧੀ ਪਾਰਟੀਆਂ ਸਿਰਫ ਵਿਰੋਧ ਵਾਸਤੇ ਕਰਕੇ ਹੀ ਵਿਰੋਧੀ ਜਿਹੜੀ ਪਾਰਟੀ ਹੈ ਉਹ ਪ੍ਰਸੰਗਿਕ ਨਹੀਂ ਹੁੰਦੀ। ਉਹਨੂੰ ਲੋਕਾਂ ਦੇ ਜਦੋਂ ਜਾਣਾ ਹੁੰਦਾ, ਲੋਕਾਂ ਨੂੰ ਵੀ ਜਿੱਤਣਾ ਚਾਹੀਦਾ ਕਿ ਜਿਹੜੀਆਂ ਪਾਰਟੀਆਂ ਇਹ ਗੱਲ ਕਰਦੀਆਂ ਨੇ ਬਿਲਕੁਲ ਇਹ ਵੈਲਿਡ ਹੈ। ਠੀਕ ਹੈ, ਮਨੀਪੁਰ ਦੀ ਹਿੰਸਾ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ, ਉਹਦੇ ਕਾਰਨਾਂ ਤੱਕ ਪਹੁੰਚਿਆ ਜਾਣਾ ਚਾਹੀਦਾ ਤੇ ਜਿਹੜੇ ਉਹਦੇ ਬੇਸਿਕ ਕਾਰਨ ਨੇ, ਚਾਹੇ ਕਨਵਰਸ਼ਨ ਹੈ ਚਾਹੇ ਹੋਰ ਕਾਰਨ ਨੇ, ਉਹਨਾਂ ਉੱਤੇ ਵੀ ਕੰਮ ਜਿਹੜਾ ਉਹ ਹੋਣਾ ਚਾਹੀਦਾ। ਇਹਦੀ ਚਰਚਾ ਸੰਸਦ 'ਚ ਹੋਣੀ ਚਾਹੀਦੀ। ਪਰ ਨਾਲ ਦੀ ਨਾਲ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਦਿਨੀ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਹੋਈ ਹੈ। ਉਹ ਹਿੰਸਾ ਕਿਸੇ ਕਨਵਰਸ਼ਨ ਨੂੰ ਜਾਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਨਹੀਂ ਹੋਈ, ਸਮਾਜਿਕ ਮੁੱਦੇ ਨੂੰ ਲੈ ਕੇ ਨਹੀਂ ਹੋਈ। ਉਹ ਸਿਆਸੀ ਤੌਰ ਤੇ ਜਿਹੜੀ ਹੈ ਉਹਦੀ ਮਨਸ਼ਾ ਨੂੰ ਮੁੱਖ ਰੱਖ ਕੇ ਹਿੰਸਾ ਕੀਤੀ ਗਈ ਹੈ, ਆਪਣੀ ਸੱਤਾ ਨੂੰ ਕਾਇਮ ਰੱਖਣ ਵਾਸਤੇ ਹਿੰਸਾ ਹੋਈ ਹੈ। ਪਰ ਇਹ ਵਿਰੋਧੀ ਪਾਰਟੀਆਂ ਜਿਹੜੇ 26 ਦਲ ਇਕੱਠੇ ਹੋਏ ਨੇ ਉਹ ਸਿਰਫ ਇਸ ਕਰਕੇ ਨਹੀਂ ਬਚ ਸਕਦੇ ਕਿ ਉਹ ਵੀ ਜਿਹੜੇ ਮਮਤਾ ਬੈਨਰਜੀ ਜੀ ਦੀ ਸਰਕਾਰ ਹੈ ਉਹ ਉਹਨਾਂ ਦਾ ਪਾਰਟ ਹੈ, ਇਸ ਕਰਕੇ ਸ਼ਾਇਦ ਉਹਦੇ ਤੇ ਗੱਲ ਕਰਦੇ ਨਜ਼ਰ ਨਹੀਂ ਆ ਰਹੇ। ਪਰ ਉਮੀਦ ਇਹ ਹੈ ਕਿ ਜੇ ਮਨੀਪੁਰ ਦਾ ਮੁੱਦਾ ਅੱਗੇ ਉਭਾਰਿਆ ਜਾਏਗਾ ਤੇ BJP ਜਿਹੜੀ ਹੈ ਉਹ ਪੱਛਮੀ ਬੰਗਾਲ ਦੀ ਜਿਹੜੀ ਹਿੰਸਾ ਆ ਉਹਦਾ ਮੁੱਦਾ ਵੀ ਅੱਗੇ ਲੈ ਕੇ ਆਏਗੀ। ਹਾਲਾਂਕਿ ਇਹ ਕਾਊਂਟਰ ਅਟੈਕ ਜਿਹੜਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰੇਗੀ, ਪਰ ਅਸੀਂ ਸਮਝਦੇ ਹਾਂ ਕਿ ਜਿਹੜਾ ਇਹ BJP ਦਾ ਇਹ ਵੀ ਰਵੱਈਆ ਆ, ਇਹ ਵੀ ਜ਼ਿਆਦਾ ਕੋਈ ਬਹੁਤਾ ਜਿਹੜਾ ਪਾਏਦਾਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੇ ਉਹਨੂੰ ਗੱਲ ਕਰਨੀ ਸੀ ਤੇ ਇਹ ਮੈਨੂੰ ਗੱਲ ਪਹਿਲਾਂ ਕਰ ਲੈਣੀ ਚਾਹੀਦੀ ਸੀ। ਹਿੰਸਾ ਦੇ ਵਿੱਚ ਲੋਕਾਂ ਦੇ ਮਾਰੇ ਜਾਣਾ ਜਿਹੜਾ ਬੜਾ ਮੰਦਭਾਗਾ ਸੀ, ਤੇ ਮਨੀਪੁਰ ਦੀ ਜਿਹੜੀ ਹਿੰਸਾ ਇਹਦੇ ਉੱਤੇ ਵੀ ਜਿਹੜਾ ਸਰਕਾਰ ਦਾ, ਕੇਂਦਰ ਸਰਕਾਰ ਦਾ ਜਿਹੜਾ ਪ੍ਰਤੀਕਰਮ ਆ ਉਸ ਢੰਗ ਨਾਲ ਨਹੀਂ ਹਲੇ ਤੱਕ ਆ ਪਾਇਆ। ਇਹ ਚਿੰਤਾ ਦਾ ਕਾਰਨ ਹੈ ਇਹੋ ਜਿਹੀ ਜਿਹੜੀ ਸਿਆਸਤ ਹੈ। ਤੇ ਦੂਜੀ ਗੱਲ ਇਹ ਵੀ ਨਾਲ ਆ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜਦੋਂ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ, BJP ਵਾਸਤੇ ਇਹ ਸਮੱਸਿਆ ਖੜੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਵਿਰੋਧੀ ਪਾਰਟੀਆਂ ਕਿ ਉੱਥੇ, ਕਿਉਂਕਿ ਉੱਥੇ ਇੱਕ ਭਾਈਚਾਰਾ ਜਿਹੜਾ ਕਨਵਰਟਡ ਹੋ ਕੇ ਕ੍ਰਿਸਚੀਅਨ ਬਣਿਆ ਹੋਇਆ
ਕਹਿੰਦੇ ਜੇ ਉਹਦੇ ਖਿਲਾਫ ਸਰਕਾਰ ਕਾਰਵਾਈ ਕਰਦੀ ਆ, ਸਖਤ ਐਕਸ਼ਨ ਲੈਂਦੀ ਹੈ, ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਇੱਕ ਹਥਿਆਰ ਮਿਲ ਜਾਂਦਾ, ਇਹਨਾਂ ਨੂੰ ਟੂਲ ਕਿੱਟ ਮਿਲ ਜਾਂਦੀ ਹੈ ਕਿ ਅਸੀਂ ਭਾਈ ਘੱਟ ਗਿਣਤੀਆਂ ਜਿਹੜੀਆਂ ਸੁਰੱਖਿਅਤ ਨਹੀਂ ਆ ਉਹਨਾਂ ਦਾ ਰੌਲਾ ਜਿਹੜਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਵਿਦੇਸ਼ਾਂ। ਜਿਵੇਂ ਕਿ ਅੱਜ ਦੀ ਅਖਬਾਰ ਦੇ ਵਿੱਚ ਬੀਬਾ ਹਰਸਿਮਰਤ ਕੌਰ ਦਾ ਬਿਆਨ ਹੀ ਲੈ ਲਓ, ਅਕਾਲੀ ਦਲ ਦਾ, ਉਹ ਵੀ ਕਹਿ ਰਹੇ ਕਿ ਕੌਮੀ ਵੀ ਘੱਟ ਗਿਣਤੀਆਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ। ਤੇ ਪੰਜਾਬ ਦੇ ਵਿੱਚੋਂ ਵੀ ਕਹਿੰਦੇ ਨੌਜਵਾਨ ਜਿਹੜੀ ਆ ਹਿਜਰਤ ਕਰ ਰਹੇ ਆ, ਇੱਥੇ ਸਿਕਿਉਰ ਨਹੀਂ ਗੇ ਜੀ ਲੋਕ। ਜੇ ਸਿਕਿਉਰਿਟੀ ਜਿਹੜੀ ਆ ਉਹ ਘੱਟ ਜਾਂ ਵੱਧ ਗਿਣਤੀਆਂ ਦੇ ਹਿਸਾਬ ਨਾਲ ਆਉਂਦੀ ਹੈ ਜਾਂ ਉਹ ਕਿਵੇਂ ਆਉਂਦੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਸੰਧੂ ਸਾਹਿਬ, ਜਿਹੜੀ ਗੱਲ ਆਪਾਂ ਪੱਛਮ ਬੰਗਾਲ ਦੀ ਕਰ ਰਹੇ ਹਾਂ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਪੰਚਾਇਤੀ ਰਾਜ ਦੇ ਚੁਣਾਵ ਹੋਏ, ਉਹਨਾਂ ਦੇ ਦੌਰਾਨ ਜਿਹੜੀਆਂ ਹੱਤਿਆਵਾਂ ਹੋਈਆਂ, ਉਹਨਾਂ ਦੇ ਉੱਤੇ ਜਿਹੜੀ ਗੱਲ ਕਰ ਰਹੇ ਹਾਂ, ਇਹ ਜਿਹੜੇ ਹੁਣ ਇੱਕ ਸੰਗਠਨ ਪਿਛਲੇ ਦਿਨਾਂ ਦੇ ਵਿੱਚ ਗਠਬੰਧਨ ਹੋਇਆ ਹੈ, 26 ਪਾਰਟੀਆਂ ਨੇ ਉਸ ਦੇ ਵਿੱਚ ਹਿੱਸੇਦਾਰੀ ਲਈ ਆ। ਉਹਦੇ ਚ ਅਹਿਮ ਪਾਰਟੀਆਂ ਆਪਣੇ ਆਪਣੇ ਏਰੀਏ ਦੀਆਂ, ਆਪਣੇ ਆਪਣੇ ਸਟੇਟ ਦੀਆਂ ਜਿਹੜੀਆਂ ਮੇਨ ਪਾਰਟੀਆਂ ਨੇ ਉਹਦੇ ਚ ਹਿੱਸਾ ਲਿਆ। ਆਪਾਂ ਕੱਲ ਪਰਸੋਂ ਵੀ ਇਹ ਚਰਚਾ ਕਰ ਰਹੇ ਸੀ ਕਿ ਅਗਰ ਸਿਰਫ ਇਹ 26 ਮੇਨ ਧਿਰਾਂ ਇਸ ਗੱਲ ਦੇ ਉੱਤੇ ਗੱਲ ਨਹੀਂ ਕਰਨਗੀਆਂ ਕਿ ਉਹ ਆਪਣੇ ਇੱਕ ਸਾਥੀ ਦੀ ਸਟੇਟ ਦਾ ਜਿਹੜਾ ਮੁੱਦਾ ਆ, ਤੇ ਉੱਥੇ ਉਹ ਸੱਤਾਧਾਰੀ ਨੇ, ਅਸੀਂ ਅਗਰ ਉਹਨਾਂ ਦੇ ਖਿਲਾਫ ਨਹੀਂ ਬੋਲਾਂਗੇ ਤਾਂ ਫਿਰ ਤਾਂ ਇਹਦਾ ਮਤਲਬ ਇਹ ਹੋ ਜਾਏਗਾ ਕਿ ਜਿਹੜੀਆਂ ਇਹ 26 ਪਾਰਟੀਆਂ ਨੇ, ਜਿੱਥੇ ਜਿੱਥੇ ਉਹਨਾਂ ਦਾ ਰਾਜ ਹੋਏਗਾ, ਜਿੱਥੇ ਜਿੱਥੇ ਸੱਤਾ ਦੇ ਵਿੱਚ ਉਹ ਵਿਰਾਜਮਾਨ ਹੋਣਗੇ, ਅਗਰ ਉੱਥੇ ਵੀ ਕੋਈ ਇਨਸਾਨੀਅਤ ਦੇ ਖਿਲਾਫ ਸ਼ਰਮਨਾਕ ਕੋਈ ਕੰਮ ਹੋਣਗੇ, ਜਾਂ ਉੱਥੇ ਕੋਈ ਹਿੰਸਾ ਹੋਏਗੀ, ਜਾਂ ਉੱਥੇ ਕੋਈ ਕ੍ਰਾਈਮ ਹੋਏਗਾ, ਤਾਂ ਇਹਦਾ ਮਤਲਬ ਉਹ 26 ਪਾਰਟੀਆਂ ਦੇ ਵਿੱਚੋਂ ਕੋਈ ਵੀ ਇੱਕ ਦੂਸਰੇ ਦੇ ਖਿਲਾਫ ਨਹੀਂ ਬੋਲੇਗਾ, ਆਵਾਜ਼ ਨਹੀਂ ਉਠਾਏਗਾ ਜਨਤਾ ਦੇ ਲਈ। ਇਹਦਾ ਮਤਲਬ ਕਿ ਜਿਹੜੀ ਜਨਤਾ ਇੱਕ ਸਟੇਟ ਦੇ ਵਿੱਚ ਇੱਕ ਪਾਰਟੀ ਦੀ ਆ, ਅਗਰ ਦੂਸਰੀ ਸਟੇਟ 'ਚ ਉਹਦੇ ਕਿਸੇ ਸਾਥੀ ਦੀ ਸਰਕਾਰ ਹੈ ਤੇ ਉੱਥੇ ਜਾ ਕੇ ਹਿੰਸਾ ਹੋ ਰਹੀ ਹੈ, ਜਿਹੜੀ ਹਿੰਸਾ ਸਾਡੀ ਸਟੇਟ ਦੇ ਵਿੱਚ ਅਗਰ ਉਹ ਗਲਤ ਹੈ ਤੇ ਉੱਥੇ ਜਾ ਕੇ ਉਹ ਸਹੀ ਹੋ ਜਾਏਗੀ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਦੀ ਜ਼ਰੂਰਤ ਹੈ। ਔਰ ਮੈਂ ਪਹਿਲਾਂ ਵੀ ਹਮੇਸ਼ਾ ਇਹੀ ਗੱਲ ਕਰਦਾ ਹੁੰਨਾ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਜਿਹੜਾ ਆ, ਔਰ ਇਨਸਾਨੀਅਤ ਦੀ ਸੁਰੱਖਿਆ ਕਰਨੀ ਹੀ ਇਹ ਸਮਾਜ ਦਾ ਵੀ ਕੰਮ ਹੈ ਤੇ ਸਰਕਾਰਾਂ ਦਾ ਵੀ ਕੰਮ ਹੈ। ਤੇ ਇਸ ਕਰਕੇ ਇਸ ਗੱਲ ਨੂੰ ਬਿਲਕੁਲ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਦਾ ਮੁੱਖ ਏਜੰਡਾ ਜਿਹੜਾ ਉਹ ਸਮੁੱਚੇ ਦੇਸ਼ ਦੀ ਔਰ ਸਾਰੇ ਨਾਗਰਿਕਾਂ ਦੀ ਸੁਰੱਖਿਆ ਹੋਣਾ ਚਾਹੀਦਾ, ਨਾ ਕਿ ਪਿਕ ਐਂਡ ਚੂਜ਼ ਜਿਹੜੀ ਆ ਉਹ ਇਹਨਾਂ ਨੂੰ ਕਰਨੀ ਚਾਹੀਦੀ ਹੈ। ਬਿਲਕੁਲ ਇਹੀ ਗੱਲ ਹੋਣੀ ਚਾਹੀਦੀ ਹੈ ਸੰਧੂ ਸਾਹਿਬ ਜੀ। ਜੀ ਮਹਿੰਦਰੋ ਜੀ, ਕੱਲ ਆਪਾਂ ਚਰਚਾ ਕਰ ਰਹੇ ਸੀਗੇ ਕਿ ਜਿਹੜਾ UPA ਸੀਗੀ, ਸੰਯੁਕਤ ਬਣਾਇਆ ਹੋਇਆ ਸੀ ਮੋਰਚਾ ਕਾਂਗਰਸ ਦੀ ਅਗਵਾਈ ਹੇਠ, ਕੱਲ ਉਹਦਾ ਤੇ ਭੋਗ ਪੈ ਗਿਆ ਤੇ ਉਹਦੀ ਥਾਂ ਤੇ ਹੁਣ ਇੱਕ ਗਰੁੱਪ ਨਵਾਂ ਜਿਹੜਾ ਬਣ ਕੇ ਆ ਗਿਆ, ਉਹਦਾ ਸ਼ਾਰਟ ਫਾਰਮ ਜਿਹੜੀ ਆ ਉਹ ਇੰਡੀਆ ਰੱਖ ਲਈ। ਤੇ ਅੱਜ ਖਬਰ ਇਹ ਵੀ ਆ ਗਈ ਆ ਕਿ ਜਿਹੜਾ ਵਿਰੋਧੀ ਪਾਰਟੀ ਨੇ ਇਹ ਨਾਂ ਰੱਖਿਆ ਇਸ ਤਰੀਕੇ ਨਾਲ, ਪਾਰਟੀਆਂ ਨੇ 26 ਪਾਰਟੀਆਂ ਨੇ ਮਿਲ ਕੇ, ਉਹਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਹੋ ਗਈ ਹੈ ਦਿੱਲੀ ਦੇ ਵਿੱਚ। ਉੱਥੇ 12 ਖੰਭਾ ਰੋਡ ਪੁਲਿਸ ਥਾਣੇ 'ਚ 26 ਸਿਆਸੀ ਪਾਰਟੀਆਂ ਖਿਲਾਫ ਜਿਹੜੀ ਕੰਪਲੇਂਟ ਹੋਈ ਹੈ, ਉਹਦੇ 'ਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਐਮਬਲਮਸ ਹੁੰਦੇ ਨੇ, ਸਾਡੇ ਪ੍ਰਤੀਕ ਹੁੰਦੇ ਨੇ, ਦੇਸ਼ ਦੇ ਰਾਸ਼ਟਰ ਦੇ ਪ੍ਰਤੀਕ ਹੁੰਦੇ, ਉਹਨਾਂ ਦੀ ਵਰਤੋਂ ਜਿਹੜੀ ਹੈ ਕਿਸੇ ਵੀ ਪਾਰਟੀ ਵੱਲੋਂ, ਕਿਸੇ ਵੀ ਧਿਰ ਵੱਲੋਂ ਨਿੱਜੀ ਹਿੱਤਾਂ ਲਈ ਨਹੀਂ ਕੀਤੀ ਜਾ ਸਕਦੀ। ਤੇ ਉਹਦੀ ਜਿਹੜੀ ਧਾਰਾ ਆ 3, ਉਹਦੀ ਉਲੰਘਣਾ ਕੀਤੀ ਗਈ ਹੈ ਇਹਨਾਂ ਪਾਰਟੀਆਂ ਦੇ, ਸਜ਼ਾਯੋਗ ਅਪਰਾਧ ਹੈ। ਇਸ ਕਰਕੇ ਇਹਨਾਂ ਪਾਰਟੀਆਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ। ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਇਸ ਗੱਲ ਦੇ ਉੱਤੇ ਆਪਣੀ ਕੱਲ ਵੀ ਚਰਚਾ ਹੋ ਰਹੀ ਸੀ ਕਿ ਇਹ ਜਿਹੜੇ ਹੁਣ ਜਿੱਦਾਂ ਇੰਡੀਆ ਹੈ, ਉਹ ਇੱਕ ਸਾਡੀ ਸ਼ਾਨ ਦਾ ਪ੍ਰਤੀਕ ਹੈ, ਹਿੰਦੁਸਤਾਨ ਦਾ, ਸਾਡੇ ਰਾਸ਼ਟਰ ਦਾ ਸ਼ਾਨ ਦਾ ਪ੍ਰਤੀਕ ਹੈ ਇੰਡੀਆ ਸ਼ਬਦ ਜਿਹੜਾ ਹੈ। ਹੁਣ ਬਾਹਰ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਆ ਤਾਂ ਉਹ ਲੋਕ ਇੰਡੀਅਨਸ ਨੂੰ ਪੁੱਛਦੇ ਆ, ਯੂ ਆਰ ਇੰਡੀਅਨ? ਯੈਸ ਆਈ ਐਮ ਇੰਡੀਅਨ। ਇਹਦਾ ਮਤਲਬ ਇਹ ਹੈ ਕਿ ਉਹ ਇੰਡੀਆ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ। ਇੰਡੀਆ ਸ਼ਬਦ ਜਿਹੜਾ ਹੈ ਉਹ ਸਾਡੀ ਇੱਕ ਸ਼ਾਨ ਹੈ ਤੇ ਸਾਡੀ ਧਰੋਹਰ ਹੈ ਉਹ। ਤੇ ਹੁਣ ਉਸ ਤਰ੍ਹਾਂ ਦਾ ਇੱਕ ਸ਼ਾਰਟ ਫਾਰਮ ਦੇ ਵਿੱਚ ਨਾਮ ਐਸਾ ਰੱਖ ਲਿਆ ਗਿਆ ਕਿ ਜਿਸ ਦੇ ਛੋਟੇ ਪਹਿਲੇ ਅੱਖਰ ਅਗਰ ਚੱਕੇ ਜਾਣ ਕੱਲੇ ਕੱਲੇ ਤਾਂ ਉਹ ਇੰਡੀਆ ਬਣ ਜਾਂਦਾ ਹੈ। ਤੇ ਕੱਲ ਨੂੰ ਜਦੋਂ ਵੀ ਕਿਤੇ ਇਸ ਸੰਗਠਨ ਦੇ ਬਾਰੇ ਕੋਈ ਚਰਚਾ ਹੋਏਗੀ ਤਾਂ ਇਹਦਾ ਮਤਲਬ ਉਹ ਚਰਚਾ ਜਿਹੜੀ ਹੈ ਇੰਡੀਆ ਦੇ ਬਾਰੇ ਹੋ ਰਹੀ ਹੈ, ਭਾਰਤ ਦੇਸ਼ ਦੇ ਬਾਰੇ ਹੋ ਰਹੀ ਹੈ? ਨਹੀਂ, ਐਸਾ ਨਹੀਂ ਹੈ। ਉਹ ਚਰਚਾ ਸਿਰਫ ਉਸ ਸੰਗਠਨ ਦੇ ਬਾਰੇ ਹੋ ਰਹੀ ਹੈ, ਉਸ ਗਠਬੰਧਨ ਦੇ ਬਾਰੇ ਹੋ ਰਹੀ ਹੈ। ਇਸ ਕਰਕੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹ ਚਾਲਾਕੀ ਦੇ ਨਾਲ ਰੱਖਿਆ ਗਿਆ ਨਾਮ ਹੈ ਤੇ ਉਹ ਇਸੇ ਕਰਕੇ ਬਹੁਤ ਸਾਰੇ ਲੋਕ, ਬਹੁਤ ਸਾਰੇ ਬੁੱਧੀਜੀਵੀ ਜਿਹੜੇ ਆ
ਉਹ ਸਾਹਮਣੇ ਆ ਰਹੇ ਨੇ ਔਰ ਆ ਕੇ ਕੁਛ ਨੇ ਤਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਇਸ ਦੀ ਸ਼ਿਕਾਇਤ ਸ਼ਾਇਦ ਕੀਤੀ ਹੈ ਜਾਂ ਕਰਨ ਦੀ ਤਿਆਰੀ ਕਰ ਰਹੇ ਆ ਕਿ ਉਹ ਵੀ ਇਸ ਦੇ ਵਿੱਚ ਦਖਲ ਦੇਣ। ਤੇ ਕਿਉਂਕਿ ਰਜਿਸਟ੍ਰੇਸ਼ਨ ਅਗਰ ਕਿਸੇ ਵੀ ਸੁਸਾਇਟੀ ਜਾਂ ਕਿਸੇ ਵੀ ਫਰਮ ਦਾ ਨਾਮ ਰਜਿਸਟਰਡ ਕਰਾਉਣਾ ਹੋਵੇ ਤਾਂ ਉਸ ਦੇ ਵਿੱਚ ਕੋਈ ਤੁਸੀਂ ਸਟੇਟ ਦਾ ਨਾਮ ਜਾਂ ਕੰਟਰੀ ਦਾ ਨਾਮ ਰੱਖ ਕੇ ਰਜਿਸਟਰਡ ਨਹੀਂ ਕਰਵਾ ਸਕਦੇ। ਉਸ ਦਾ ਵੀ ਕਾਰਨ ਇਹੀ ਹੈ ਕਿ ਕੱਲ ਨੂੰ ਅਗਰ ਉਹਦੇ ਤੇ ਕੋਈ ਗਲਤ ਕੰਮ ਹੁੰਦਾ ਹੈ ਉਸ ਨਾਮ ਦੇ ਉੱਤੇ ਤਾਂ ਉਹ ਕੰਟਰੀ ਦਾ ਜਾਂ ਸਟੇਟ ਦਾ ਨਾਮ ਜਿਹੜਾ ਹੈ ਉਹ ਬਦਨਾਮ ਹੁੰਦਾ ਹੈ। ਤੇ ਇਸੇ ਕਰਕੇ ਇਹ ਜਿਹੜਾ ਨਾਮ ਹੈ ਇਹ ਨਹੀਂ ਰੱਖਣਾ ਚਾਹੀਦਾ ਸੀ। ਇਹਨਾਂ 26 ਜਿਹੜੀਆਂ ਵਿਰੋਧੀ ਪਾਰਟੀਆਂ ਨੇ ਅਗਰ ਗਠਬੰਧਨ ਬਣਾਇਆ, ਹੋਰ ਰੱਖਣ ਨੂੰ ਬਹੁਤ ਸਾਰੇ ਨਾਮ ਸੀ ਲੇਕਿਨ ਉਹਨਾਂ ਨੇ ਚਲਾਕੀ ਦੇ ਨਾਲ ਰੱਖਿਆ ਹੋਇਆ ਨਾਮ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਿਆਲ ਹੈ ਕਿ ਇਸ ਦੇ ਉੱਤੇ ਜ਼ਰੂਰ ਕੋਈ ਵੱਡੀ ਕਾਰਵਾਈ ਹੋਏਗੀ, ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੋਵੇ ਜਾਂ ਫਿਰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਹੋਵੇ। ਕੋਈ ਨਾ ਕੋਈ ਇਸ ਤਰ੍ਹਾਂ ਦੀ ਜ਼ਰੂਰ ਹੋਏਗੀ ਤੇ ਇਹਨਾਂ ਨੂੰ ਇਹ ਨਾਮ ਜ਼ਰੂਰ ਬਦਲਣਾ ਪਏਗਾ। ਇਕੱਠੇ ਹੋ ਕੇ ਕੰਮ ਕਰਨਾ ਹੈ ਤੇ ਨਾਮ ਕੋਈ ਉਹ ਰੱਖਣਾ ਚਾਹੀਦਾ ਜਿਸ ਦੇ ਨਾਲ ਸਾਡੇ ਦੇਸ਼ ਦਾ ਜਿਹੜਾ ਆ ਉਹ ਨਾਮ ਬਦਨਾਮ ਨਾ ਹੋਵੇ। ਤੇ ਇਸ ਕਰਕੇ ਜ਼ਰੂਰ ਇਹਦੇ ਧਿਆਨ ਵਾਲੇ ਸਮੇਂ ਨਾਲ ਰਮਿੰਦਰ ਜੀ ਸਵਾਲ ਇਹ ਵੀ ਪੈਦਾ ਹੋ ਜਾਂਦੇ ਨੇ ਕਿ ਅਗਰ ਆਪਾਂ ਕਿਸੇ ਇੱਕ 26 ਪਾਰਟੀਆਂ ਦੇ ਗੱਠਜੋੜ ਦਾ ਨਾਂ ਇੰਡੀਆ ਰੱਖਦੇ ਹਾਂ ਤਾਂ ਕੀ ਜਿਹੜੇ ਬਾਕੀ ਉਸ ਤੋਂ ਜ਼ਿਆਦਾ ਪਾਰਟੀਆਂ ਵਾਲਾ ਗੱਠਜੋੜ ਆ ਉਹਨੂੰ ਅਸੀਂ ਇੰਡੀਆ ਦੇ ਵਿੱਚ ਨਹੀਂ ਮੰਨਦੇ, ਉਹਨੂੰ ਅਸੀਂ ਦੇਸ਼ ਦਾ ਹਿੱਸਾ ਨਹੀਂ ਮੰਨਦੇ? ਤੇ ਕੀ ਇਹ ਪਾਰਟੀਆਂ ਜਿਹੜੇ ਵਿਰੋਧੀ ਧਿਰ ਦੇ ਨਾਲ ਜੁੜੇ ਹੋਏ ਜਿਹੜੇ ਵੋਟਰ ਨੇ ਜਾਂ ਲੋਕ ਨੇ ਜਿਹੜੇ ਆਮ ਨਾਗਰਿਕ ਨੇ, ਕੀ ਅਸੀਂ ਉਹਨਾਂ ਨੂੰ ਇੰਡੀਆ ਨਹੀਂ ਮੰਨਦੇ? ਅਸੀਂ ਇੱਕ ਇੰਡੀਆ ਹੋਣ ਦਾ ਜਿਹੜਾ ਸਾਬਤ ਕਿਵੇਂ ਕਰ ਸਕਦੇ? ਨਹੀਂ ਹੋ ਠੀਕ ਹੈ, ਬਿਲਕੁਲ ਏਦਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਤੋਂ ਜਿੰਨਾ ਗਰੇਜ ਕੀਤਾ ਜਾਵੇ ਚੰਗਾ ਆ। ਇਹਦੇ ਭੰਬਲ ਭੂਸੇ ਜਿਹੜੇ ਕ੍ਰੀਏਟ ਹੁੰਦੇ ਨੇ, ਪਰ ਮੈਨੂੰ ਲੱਗਦਾ ਕਿ ਭੰਬਲ ਭੂਸਾ ਇਹਦੇ ਨਾਲ ਕ੍ਰੀਏਟ ਹੋ ਹੀ ਚੁੱਕਾ ਆ। ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੇ ਹਾਲਾਤ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਗਏ। ਹੁਣ ਤੱਕ ਤੇ ਦਿੱਲੀ ਦਾ ਤਜਰਬਾ ਇਹ ਕਹਿੰਦਾ ਸੀਗਾ ਕਿ ਜਦੋਂ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਸ਼ੁਰੂਆਤ ਦੇ ਵਿੱਚ, ਤੇ ਉਹਦੇ ਵਾਸਤੇ ਇੰਨਾ ਜਿਹੜਾ ਘਾਤਕ ਚੀਜ਼ਾਂ ਨਿਕਲੀਆਂ ਨੇ। ਕਾਂਗਰਸ ਦੇ ਖਿਲਾਫ ਕਦੇ ਆਮ ਆਦਮੀ ਪਾਰਟੀ ਲੜਦੀ ਹੈ, ਕਦੇ ਉਹ ਬੀਜੇਪੀ ਦੇ ਖਿਲਾਫ ਇਹਨਾਂ ਦੀ ਸਪੋਰਟ ਲੈਂਦੇ ਆ, ਤੇ ਅਖੀਰ ਨੂੰ ਉਹ ਆਮ ਆਦਮੀ ਪਾਰਟੀ ਉੱਥੇ ਮਜ਼ਬੂਤ ਹੋ ਕੇ ਨਿਕਲ ਜਾਂਦੀ ਹੈ ਤੇ ਕਾਂਗਰਸ ਜਿਹੜੀ ਹੈ 0 ਤੇ ਪਹੁੰਚ ਜਾਂਦੀ ਹੈ। ਤੇ ਹੁਣ ਇਦਾਂ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਵੀ ਬਣਦੇ ਨਜ਼ਰ ਆ ਰਹੇ ਨੇ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨੇ ਕਾਂਗਰਸ ਨੂੰ ਪਾਸੇ ਕਰਕੇ ਸੱਤਾ ਤੋਂ ਤੇ ਸੱਤਾ ਸੰਭਾਲੀ ਸੀ, ਪਰ ਉਸ ਤੋਂ ਬਾਅਦ ਲਗਾਤਾਰ ਹਾਲਾਤ ਬਦਲਦੇ ਗਏ ਨੇ। ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਦੇ ਨਾਂ ਤੇ ਜਿਹੜੇ ਬਹੁਤ ਸਾਰੇ ਕਾਂਗਰਸੀ ਲੀਡਰ ਨੇ ਉਹ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰ ਰਹੇ ਨੇ, ਜੇਲ੍ਹ ਦੀ ਹਵਾ ਖਾ ਰਹੇ ਨੇ ਵੱਡੇ ਵੱਡੇ ਲੀਡਰ। ਤੇ ਦੂਜੇ ਪਾਸੇ ਜਿਹੜੇ ਉੱਪਰਲੀ ਹਾਈ ਕਮਾਂਡ ਹੈ ਦੋਨਾਂ ਪਾਰਟੀਆਂ ਦੀ, ਉਹ ਇੱਕ ਦੂਜੇ ਦੀ ਸਪੋਰਟ ਰਾਸ਼ਟਰੀ ਪੱਧਰ ਤੇ ਲੈਣ ਵਾਸਤੇ ਗੱਠਜੋੜ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ। ਗੱਲ ਚੱਲ ਰਹੀ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਰਲ ਕੇ ਲੜੀਆਂ ਜਾਣ। ਸੀਟਾਂ ਦੀ ਜਿਹੜੀ ਵੰਡ ਹੈ ਉਹ ਮਾਰਜਨ ਦੇ ਹਿਸਾਬ ਨਾਲ ਜਿਹੜੀ ਆਪਣੇ ਹਿਸਾਬ ਨਾਲ ਕਰ ਲਈ ਜਾਵੇ। ਤਾਂ ਹੁਣ ਲੋਕਲ ਪੰਜਾਬ ਦੇ ਵਿੱਚ ਗੱਲ ਚੱਲਦੀ ਨਜ਼ਰ ਆ ਰਹੀ ਹੈ। ਖਬਰ ਇਹ ਕਹਿੰਦੀ ਹੈ ਕਿ ਇੱਥੋਂ ਦੇ ਜਿਹੜੇ ਹੁਣ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਹਾਲਾਤ ਉਹੀ ਬਣ ਗਏ ਨੇ, ਸੱਪ ਦੇ ਮੂੰਹ 'ਚ ਕੁੜ ਕਿਰਲੀ। ਉਹ ਸਮੀਕਰਨ ਫਿੱਟ ਬੈਠਦੇ ਨੇ, ਬਣਾਉਂਦੇ ਨੇ। ਕਾਂਗਰਸੀ ਆਗੂਆਂ ਦਾ ਆਮ ਤੌਰ ਤੇ ਕਹਿਣਾ ਆ ਕਿ ਸਾਨੂੰ ਤਾਂ ਜੀ ਪਾਰਟੀ ਹਾਈ ਕਮਾਂਡ ਸਾਡੇ ਨਾਲ ਗੱਲ ਕਰਨੇ ਵੀ ਇਸ ਮੁੱਦੇ ਤੇ ਮੁਨਾਸਬ ਨਹੀਂ ਸਮਝੀ ਕਿ ਭਾਈ ਕਿਵੇਂ ਜਿਹੜਾ ਇਹਨੂੰ ਚੱਲਣਾ। ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੋਣੀ ਇਹ ਕਲੀਅਰ ਨਹੀਂ ਹੈ। ਤੇ ਜੇ ਲੀਡਰ ਨੇ ਕਾਂਗਰਸ ਦੇ ਉਹ ਇਹ ਸੋਚਦੇ ਨੇ ਮਹਿੰਦਰੋ ਜੀ ਕਿ ਜੇ ਕੱਲ ਨੂੰ ਵੋਟਾਂ ਦੀ ਵੰਡ ਜਿਹੜੀ ਹੋਈ, ਸੀਟਾਂ ਦੀ ਵੰਡ ਹੋਈ, ਉਹ ਵਿਧਾਨ ਸਭਾ ਦੇ ਹਿਸਾਬ ਨਾਲ ਹੋਈ, ਵਿਧਾਨ ਸਭਾ 'ਚ ਜਿੰਨੀ ਕੁ ਸਟਰੈਂਥ ਹੈ, ਫਿਰ ਤਾਂ ਕਹਿੰਦੇ 2 ਜਾਂ 3 ਸੀਟਾਂ ਮਿਲਣੀਆਂ ਕਾਂਗਰਸ ਪਾਰਟੀ ਨੂੰ, ਕਿਉਂਕਿ ਉਹਨਾਂ ਦੇ ਵਿਧਾਇਕ ਬਹੁਤ ਥੋੜੇ ਆ। ਤੇ ਜੇ ਕੋਈ ਹੋਰ ਫਾਰਮੂਲਾ ਅਡਾਪਟ ਹੁੰਦਾ ਉਹ ਹਲੇ ਕਹਿ ਨਹੀਂ ਸਕਦੇ। ਪਰ ਜਿਹੜੇ ਸਮੀਕਰਨ ਬਣ ਗਏ ਨੇ, ਕਹਿੰਦੇ ਕਾਂਗਰਸ ਦੇ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਵੀ ਜਿਹੜੇ ਆ ਔਖੇ ਨਜ਼ਰ ਆ ਰਹੇ ਨੇ, ਕਿਉਂਕਿ ਕਾਂਗਰਸ ਪਾਰਟੀ 'ਚੋਂ ਗਏ ਹੋਏ ਨੇ ਜਿਹੜੇ ਇਸ ਵਕਤ ਬੀਜੇਪੀ ਦੇ ਪ੍ਰਧਾਨ ਨੇ ਜਾਖੜ ਸਾਹਿਬ, ਕਹਿੰਦੇ ਉਹਨਾਂ ਦੇ ਸੰਪਰਕ ਵਿੱਚ ਨੇ। ਤੇ ਜਾਖੜ ਸਾਹਿਬ ਬਾਰੇ ਵੀ ਸੂਚਨਾ ਇਹ ਆ ਰਹੀ ਹੈ ਕਿ ਜਾਖੜ ਸਾਹਿਬ ਨੇ ਵੀ ਪਾਰਟੀ ਹਾਈ ਕਮਾਂਡ ਨਾਲ ਉਹਨਾਂ ਲੀਡਰਾਂ ਬਾਰੇ, ਉਹਨਾਂ ਲੀਡਰਾਂ ਨੂੰ ਬੀਜੇਪੀ ਸ਼ਾਮਲ ਕਰਨ ਵਾਲੀ ਜਿਹੜੀ ਗੱਲਬਾਤ ਜਿਹੜੀ ਆ ਉਹਦੀ ਇਜਾਜ਼ਤ ਲੈਣੀ ਸ਼ੁਰੂ ਕਰਤੀ ਹੈ। ਉਹਦਾ ਜਿਹੜਾ ਦੌਰ ਵੀ ਸ਼ੁਰੂ ਹੋ ਗਿਆ। ਕਿਵੇਂ ਦੇਖਦੇ ਹੋ, ਕੀ ਬਣੂ ਪੰਜਾਬ ਦਾ? ਸੰਧੂ ਸਾਹਿਬ, ਇਸ ਮੁੱਦੇ ਦੇ ਉੱਤੇ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਕਾਂਗਰਸ ਹਾਈ ਕਮਾਨ ਹੈ ਉਹ ਜ਼ਿਲ੍ਹਾ ਸਤਰ ਤੇ ਜਾਂ ਸਟੇਟ ਸਤਰ ਦੇ ਉੱਤੇ, ਸਟੇਟ ਪੱਧਰ ਦੇ ਉੱਤੇ
ਆਪਣੇ ਲੀਡਰ ਸਹਿਬਾਨਾਂ ਦੇ ਨਾਲ ਕੋਈ ਵੀ ਉਸਨੇ ਚਰਚਾ ਮੈਨੂੰ ਲੱਗਦਾ ਕਿ ਇਸ ਵਿਸ਼ੇ ਤੇ ਨਹੀਂ ਕੀਤੀ ਕਿ ਅਸੀਂ ਅਗਰ ਰਾਸ਼ਟਰੀ ਪੱਧਰ ਦੇ ਉੱਤੇ ਕੁਝ ਐਸੀਆਂ ਪਾਰਟੀਆਂ ਦੇ ਨਾਲ ਗਠਬੰਧਨ ਕਰਦੇ ਹਾਂ ਤਾਂ ਕੀ ਇਹਦੇ ਤੇ ਆਪਾਂ ਨੂੰ ਕੋਈ ਨੁਕਸਾਨ ਜਾਂ ਫਾਇਦਾ ਹੋਏਗਾ ਕਿ ਨਹੀਂ ਹੋਏਗਾ। ਉਹਨਾਂ ਨੇ ਸਿਰਫ ਕੇਂਦਰ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਦੀ ਕੁਰਸੀ ਹੈ ਸਿਰਫ ਉਸ ਨੂੰ ਇੱਕ ਧਿਆਨ 'ਚ ਰੱਖਦੇ ਹੋਏ ਇਹ ਗਠਬੰਧਨ ਕੀਤਾ। ਜਿੱਦਾਂ ਕੱਲ ਵੀ ਚਰਚਾ ਹੋ ਰਹੀ ਸੀ ਕਿ ਉਹ ਸਿਰਫ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਜੀ ਦੀ ਜੋੜੀ ਨੂੰ ਤੋੜਨ ਦੇ ਲਈ ਜਿਹੜਾ ਆ ਉਹ ਇਸ ਮੁੱਦੇ ਦੇ ਉੱਤੇ ਸਾਰੇ ਇਕੱਠੇ ਤਾਂ ਹੋ ਗਏ। ਪਰ ਗੱਲ ਇਹ ਹੈ ਕਿ ਅਗਰ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰੀਏ, ਅਗਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਆਪਸ ਵਿੱਚ ਗਠਬੰਧਨ ਹੋ ਜਾਂਦਾ ਹੈ ਕਿ ਅਸੀਂ ਇਲੈਕਸ਼ਨ ਇਕੱਠੇ ਰਲ ਕੇ ਲੜਾਂਗੇ, ਤੇ ਇਹ ਫਿਰ ਕਿੱਦਾਂ ਪੋਸੀਬਲ ਹੋਏਗਾ ਕਿ ਜਿਹੜੇ ਪੰਜਾਬ ਦੇ ਪਿਛਲੀ ਸਰਕਾਰ ਦੇ ਦੌਰਾਨ ਕੀਤੇ ਹੋਏ ਕੰਮ ਹੈ ਉਹਨਾਂ ਦੀ ਜਾਂਚ ਨਿਸ਼ਪਕਸ਼ ਜਿਹੜਾ ਆ ਆਮ ਆਦਮੀ ਪਾਰਟੀ ਕਿੱਦਾਂ ਕਰਵਾ ਲੇਗੀ, ਜਾਂ ਜਿਹੜੇ ਉਸ ਦੇ ਵਿੱਚ ਕੀਤੀਆਂ ਹੋਈਆਂ ਕੁਰੀਤੀਆਂ ਨੇ ਜਿਹਦੇ ਲੋਕਾਂ ਨੂੰ ਇਹ ਵਾਅਦੇ ਕਰਦੇ ਸੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਇਹ ਵਾਅਦੇ ਕਰਦੇ ਸੀ ਕਿ ਅਸੀਂ ਉਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ ਜਿਨ੍ਹਾਂ ਨੇ ਕੁਰੀਤੀਆਂ ਕੀਤੀਆਂ ਨੇ, ਜਿਨ੍ਹਾਂ ਨੇ ਕੰਮ ਦੇ ਵਿੱਚ ਗਲਤੀਆਂ ਕੀਤੀਆਂ ਨੇ, ਉਹ ਨਹੀਂ ਦੇ ਪਾਣਗੇ ਤਾਂ ਫਿਰ ਲੋਕਾਂ ਦੇ ਵਿੱਚ ਬੀਜੇਪੀ ਨੂੰ ਇਸ ਚੀਜ਼ ਦਾ ਬਹੁਤ ਵੱਡਾ ਫਾਇਦਾ ਮਿਲੇਗਾ, ਕਿਉਂਕਿ ਜਾਖੜ ਸਾਹਿਬ ਕਾਂਗਰਸ ਤੋਂ ਆਏ ਹੋਏ ਤਜਰਬੇਕਾਰ ਨੇਤਾ ਨੇ ਔਰ ਉਹਨਾਂ ਦੇ ਸੰਪਰਕ ਦੇ ਵਿੱਚ ਵੱਡੇ ਕਾਂਗਰਸੀ ਲੀਡਰਾਂ ਦਾ ਹੋਣਾ ਸੁਭਾਵਿਕ ਹੈ ਕਿਉਂਕਿ ਉਹਨਾਂ ਦਾ ਤਾਲਮੇਲ ਆਪਸ ਵਿੱਚ ਬਣਿਆ ਹੋਇਆ। ਔਰ ਬੀਜੇਪੀ ਪੈਰ ਜਮਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੀ ਹੈ। ਔਰ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਪੰਜਾਬ ਦੇ ਵਿੱਚ ਬਿਨਾਂ ਵੱਡੇ ਪੰਜਾਬ ਦੇ ਲੀਡਰਾਂ ਨਾਲ ਗੱਲਬਾਤ ਕੀਤੇ ਹੋਏ ਜਾਂ ਉਹਨਾਂ ਨੂੰ ਬਿਨਾਂ ਭਰੋਸੇ 'ਚ ਲਏ ਹੋਏ ਅਗਰ ਉਹ ਗੱਠਜੋੜ ਕਾਬਿਜ਼ ਰਹਿੰਦਾ ਹੈ ਔਰ ਇਸੇ ਤਰ੍ਹਾਂ ਇਹਦੇ ਉੱਤੇ ਪ੍ਰਯੋਗ ਕਰਦੇ ਆ ਤਾਂ ਮੈਂ ਸਮਝਦਾ ਕਿ ਜਾਖੜ ਸਾਹਿਬ ਇਸ ਦੇ ਵਿੱਚ ਬੜੀ ਵੱਡੀ ਟੱਕਰ ਦੇਣਗੇ ਆਮ ਆਦਮੀ ਪਾਰਟੀ ਨੂੰ। ਔਰ ਬੀਜੇਪੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਉਹ ਇੱਕ ਅੱਛਾ ਪ੍ਰਦਰਸ਼ਨ ਜਿਹੜਾ ਕਰੇਗੀ ਤੇ ਆਮ ਆਦਮੀ ਪਾਰਟੀ ਨੂੰ ਡਟ ਕੇ ਜਿਹੜਾ ਆ ਉਹ ਟੱਕਰ ਦੇਗੀ ਪੰਜਾਬ ਦੇ ਵਿੱਚ, ਤੇ ਇਸ ਦਾ ਜਿਹੜਾ ਪ੍ਰਭਾਵ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਜਾਏਗਾ ਕਿ ਜਿਹੜੇ ਕੱਲ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਔਰ ਨਿਸ਼ਪਕਸ਼ ਜਾਂਚ ਕਰਾਂਗੇ, ਅੱਜ ਅਗਰ ਉਹ ਇਕੱਠੇ ਹੋ ਗਏ ਆ ਤਾਂ ਫਿਰ ਜਾਂਚ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਰਹਿ ਜਾਂਦਾ। ਤੇ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜ਼ਰੂਰ ਆਏਗੀ। ਜੀ ਅਰਵਿੰਦ ਕੇਜਰੀਵਾਲ ਜੀ ਇੱਥੋਂ ਤੱਕ ਕਹਿੰਦੇ ਰਹੇ ਕਿ ਅਸੀਂ ਕਦੀ ਕਿਸੇ ਨਾਲ ਗੱਠਜੋੜ ਕਰਾਂਗੇ, ਕਾਂਗਰਸ ਨਾਲ ਤਾਂ ਸਾਡਾ ਗੱਠਜੋੜ ਬਿਲਕੁਲ ਨਹੀਂ ਹੋ ਸਕਦਾ, ਪਰ ਅੱਜ ਉਹ ਗੱਠਜੋੜ ਹੁੰਦਾ ਨਜ਼ਰ ਆ ਰਿਹਾ ਹੈ। ਤੇ ਫਿਰ ਕਹਿੰਦੇ ਸਿਆਸਤ ਵਿੱਚ ਤਾਂ ਸਭ ਕੁਝ ਜਾਇਜ਼ ਹੀ ਹੁੰਦਾ, ਇਹ ਸਿਆਸਤ ਵਿੱਚ ਨਾ ਕੋਈ ਪੱਕਾ ਦੁਸ਼ਮਣ ਹੁੰਦਾ ਤੇ ਨਾ ਕੋਈ ਪੱਕਾ ਦੋਸਤ ਹੁੰਦਾ। ਤੇ ਇਹ ਜਿਹੜਾ ਪ੍ਰਭਾਵ ਇਹਦਾ ਪੰਜਾਬ 'ਚ ਦੇਖਣ ਨੂੰ ਜ਼ਰੂਰ ਮਿਲ ਰਿਹਾ, ਹੋ ਸਕਦਾ ਬਾਉਂਸ ਬੈਕ ਜਿਹਨੂੰ ਕਹਿੰਦੇ ਆ ਇਸ ਤਰ੍ਹਾਂ ਦਾ ਹੋ ਜਾਏ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਂਗਰਸ ਨੂੰ ਨਾਲ ਲੈਂਦੀ ਕਿਤੇ ਇਹ ਨਾ ਹੋਵੇ ਕਿ ਉਹ ਜਿਹੜੇ ਕਾਂਗਰਸ ਪਾਰਟੀ ਹੈ ਉਹਦੇ ਜਿਹੜੀ ਮੇਨ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਉਹਨੂੰ ਬੀਜੇਪੀ ਵਾਲੇ ਜਿਹੜਾ ਉਹਦੇ ਬੇੜੇ 'ਚ ਚੜਾ ਦੇਵੇ। ਇਹਨਾਂ ਦੇ ਹਾਲਾਤ ਜਿਹੜੇ ਬਣਦੇ ਨਜ਼ਰ ਆ ਰਹੇ ਨੇ। ਤੇ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਜਿਹੜੀ ਪੰਜਾਬ ਦੀ ਸਿਆਸਤ ਹੈ। ਪੰਜਾਬ ਦੀ ਸਿਆਸਤ ਵਿੱਚ ਮੁੱਦਾ ਹੋਰ ਵੀ ਹੈ ਕਿ ਅਕਾਲੀ ਦਲ ਬਾਦਲ ਵੱਖਰਾ ਹੋ ਚੁੱਕਾ ਬੀਜੇਪੀ ਨਾਲੋਂ, ਪਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਅਗਵਾਈ ਹੇਠ ਬਣਿਆ ਹੋਇਆ, ਉਹਨਾਂ ਦੇ ਨਾਲ ਜਿਹੜਾ ਐਨਡੀਏ ਆ ਉਹਦੀ ਮੀਟਿੰਗ ਹੋਈ ਆ ਤੇ ਉਹ ਦੱਸਦੇ ਨੇ ਆ ਕੇ ਉਹਨਾਂ ਨੇ ਪੰਜਾਬ ਅਤੇ ਪੰਥ ਦੇ ਮਸਲੇ ਉੱਚ ਚੁੱਕੇ ਨੇ। ਤੇ ਨਾਲ ਜਿਹੜਾ ਢੀਂਡਸਾ ਸਾਹਿਬ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜਾ ਬੰਦੀ ਸਿੰਘਾਂ ਦਾ ਮਾਮਲਾ ਜਿਹਨੂੰ ਬਾਦਲ ਦਲ ਬੜੇ ਜ਼ੋਰ ਸ਼ੋਰ ਨਾਲ ਉਭਾਰਦਾ ਰਿਹਾ, ਹਰ ਨਗਰ ਕੀਰਤਨ ਦੇ ਵਿੱਚ ਵੀ ਬੰਦੀ ਸਿੰਘਾਂ ਦੀਆਂ ਬਣਾ ਕੇ ਜਿਹੜੀਆਂ ਝਾਕੀਆਂ ਉਹ ਪੇਸ਼ ਕੀਤੀਆਂ ਜਾਂਦੀਆਂ ਨੇ ਜਾਂ ਉਹਨੂੰ ਇਮੋਸ਼ਨਲ ਕਰਕੇ ਆਪਣੇ ਨਾਲ ਵੋਟਰਾਂ ਨੂੰ ਜੋੜਨ ਦੀ ਕੋਸ਼ਿਸ਼ ਜ਼ਰੂਰ ਕਰਦਾ ਰਿਹਾ ਸਿੱਖ ਪੰਥ ਨੂੰ। ਪਰ ਉਹ ਮੁੱਦਾ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਢੀਂਡਸਾ ਸਾਹਿਬ ਨੇ ਚੁੱਕ ਲਿਆ ਤੇ ਲੱਗਦਾ ਕਿ ਇਹਦੇ ਉੱਤੇ ਸ਼ਾਇਦ ਭਾਰਤ ਸਰਕਾਰ ਜਿਹੜੀ ਆ ਕੋਈ ਨਾ ਕੋਈ ਫੈਸਲਾ ਲੈ ਵੀ ਲਵੇ। ਸਮੀਕਰਨ ਜਿਹੜੇ ਇੱਧਰ ਨੂੰ ਵੀ ਬਦਲ ਰਹੇ ਨੇ। ਪਰ ਨਾਲ ਦੇ ਨਾਲ ਪੰਥ ਦੀ ਗੱਲ ਕਰੀਏ, ਪੰਥਕ ਧਿਰਾਂ ਦੀ ਇੱਕ ਮਹਿੰਦਰੋ ਜੀ ਇੱਕ ਹੋਰ ਨਵੀਂ ਚੀਜ਼ ਪਹਿਲੀ ਵਾਰੀ ਸੁਣਨ ਨੂੰ ਮਿਲੀ ਹੈ। 103 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਿਆ, ਪਰ ਪਹਿਲੀ ਵਾਰ ਖਬਰ ਆਈ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ EMPLOYEES ਯੂਨੀਅਨ ਬਣ ਗਈ ਹੈ, ਮੁਲਾਜ਼ਮਾਂ ਦੀ ਜਥੇਬੰਦੀ ਦਾ ਗਠਨ ਹੋ ਗਿਆ ਉੱਥੇ ਵੀ। ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਧਾਰਮਿਕ ਸੰਸਥਾ ਜੀ ਪੰਥ ਦੀ ਸਿਰਮੌਰ ਸੰਸਥਾ, ਪਰ ਕਿਤੇ ਨਾ ਕਿਤੇ ਸੱਚ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਗੁਰਦੁਆਰੇ ਦੇ ਪ੍ਰਬੰਧ ਕਰਨ ਲਈ ਹੈ, ਮੈਨੇਜਮੈਂਟ ਕਰਨ ਲਈ ਹੈ, ਉਹਦਾ ਧਰਮ ਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਜਿਹੜਾ ਨਹੀਂ ਹੈ। ਤੇ ਏਦਾਂ ਦੀ ਗੱਲ ਜਿਹੜੀ ਹੈ ਇਹ ਯੂਨੀਅਨ ਬਣਨ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆ ਗਈ ਕਿ ਆਮ ਇੱਕ ਇੰਡਸਟਰੀ ਵਾਂਗੂ
ਆਮ ਕਿਸੇ ਹੋਰ ਜਿਹੜੇ ਵਿਭਾਗ ਵਾਂਗੂ ਇਹ ਵੀ ਇੱਕ ਤਰੀਕੇ ਦਾ ਡਿਪਾਰਟਮੈਂਟ ਆ। ਇੱਥੇ ਵੀ ਮੁਲਾਜ਼ਮ ਜਿਹੜੇ ਆ ਮੁਲਾਜ਼ਮਾਂ ਵਾਂਗ ਹੀ ਕੰਮ ਕਰਦੇ ਨੇ। ਉਹਨਾਂ ਦੇ ਵਿੱਚ ਧਾਰਮਿਕਤਾ ਵਾਲੀ ਜਾਂ ਕਿਸੇ ਉਹ ਜਿਹੜੀ ਇਸ ਤਰ੍ਹਾਂ ਦੀ ਕਮਿਟਮੈਂਟ ਆ ਪੰਥ ਪ੍ਰਤੀ, ਉਹਦੀ ਥਾਂ ਦੇ ਉੱਤੇ ਜਿਹੜੇ ਉਹਨਾਂ ਦੇ ਨਿੱਜੀ ਹਿੱਤ ਆ ਉਹ ਜੁੜੇ ਹੋਏ ਉਹ ਜ਼ਿਆਦਾ ਭਾਰੂ ਨਜ਼ਰ ਆ ਰਹੇ ਨੇ। ਤੇ ਕਿਵੇਂ ਦੇਖਦੇ ਹੋ ਇਹ ਤਬਦੀਲੀ ਆ ਰਹੀ ਹੈ? ਤੇ ਦੂਜੇ ਪਾਸੇ ਗੱਲ ਕਰਦੇ ਆ ਤੇ ਮੁੱਖ ਮੰਤਰੀ ਹੋਣਾ ਨੇ ਇੱਕ ਨੋਟਿਸ ਭੇਜਿਆ ਸੀਗਾ, ਸਪਸ਼ਟੀਕਰਨ ਮੰਗਿਆ ਸੀ, ਮੁਤਵਾਜੀ ਜਥੇਦਾਰ ਕਹਿੰਦੇ ਆਪਾਂ ਉਹਨਾਂ ਨੂੰ, ਤੇ ਧਿਆਨ ਸਿੰਘ ਮੰਡ। ਤੇ ਗੱਲ ਕਰੀਏ ਧਿਆਨ ਸਿੰਘ ਮੰਡ ਉਹਨਾਂ ਦੀ, ਤੁਸੀਂ ਬੜੇ ਹੈਰਾਨ ਹੋਵੋਗੇ ਕਿ ਜਿਹੜੇ ਆਮ ਪੰਜਾਬੀ ਨੇ ਜਾਂ ਆਮ ਲੋਕ ਨੇ ਉਹ ਕਈ ਵਾਰੀ ਵਿਚਲਿਤ ਹੋ ਜਾਂਦੇ ਨੇ ਕਿ ਮੁਤਵਾਜੀ ਕੀ ਹੋਇਆ ਜੀ, ਇਹ ਕਿਹੜੇ ਜਥੇਦਾਰ ਹੋਏ ਜੀ? ਕਿਉਂਕਿ ਜਥੇਦਾਰ ਸਾਹਿਬ ਤੇ ਸੁਣਿਆ ਸੀ ਅਕਾਲ ਤਖਤ ਸਾਹਿਬ, ਤੇ ਮੁਤਵਾਜੀ ਜਥੇਦਾਰ ਕਿਹੜੇ ਹੋਏ? ਇਹ ਉਹ ਮੁਤਵਾਜੀ ਜਥੇਦਾਰ ਨੇ ਜੀ, ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਸ਼ਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ SGPC ਜਿਹੜੀ ਚੋਣ ਕਰਦੀ ਹੈ, ਜਿਹੜੀ ਕਿ ਇੱਕ ਖਾਸ ਪਾਰਟੀ ਦੇ ਪ੍ਰਭਾਵ ਹੇਠ ਹੈ ਇਸ ਵਕਤ, ਉਹ ਜਿਹਦੀ ਚੋਣ ਕਰਦੀ ਹੈ, ਜਿਹਦੇ ਨਾਂ ਦੀ ਸਿਫਾਰਿਸ਼ ਆਉਂਦੀ ਹੈ, ਉਹਨੂੰ ਜਥੇਦਾਰ ਚੁਣ ਲੈਂਦੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਉਹਨੂੰ ਮਾਨਤਾ ਦੇ। ਪਰ ਦੂਜੇ ਪਾਸੇ ਬਹੁਤ ਸਾਰੀਆਂ ਹੋਰ ਧਿਰਾਂ ਨੇ ਜਿਹੜੀਆਂ ਉਸ ਇੱਕ ਸਿਆਸੀ ਪਾਰਟੀ ਦੀ ਜਿਹੜੀ ਸੋਚ ਵਿਚਾਰ ਹੈ ਉਹਦੇ ਨਾਲ ਸਹਿਮਤ ਨਹੀਂ ਹੈ। ਓਪੋਜੀਸ਼ਨ ਵਿੱਚ ਜਿਹੜੇ ਪਾਰਟੀਆਂ ਨੇ ਜਾਂ ਉਹ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਕਿਸੇ ਪਾਰਟੀ ਬਾਜੀ ਦੇ ਨਾਲ ਨਹੀਂ ਜੁੜੀਆਂ ਹੋਈਆਂ, ਉਹਨਾਂ ਦਾ ਇਹ ਮੰਨਣਾ ਹੁੰਦਾ ਕਿ ਉਹਨਾਂ ਨੂੰ ਇੱਕ ਆਜ਼ਾਦ ਖਿਆਲ ਚਾਹੀਦਾ ਹੈ ਜਥੇਦਾਰ ਸਾਹਿਬ, ਜਿਹੜਾ ਕਿ ਪੰਥ ਨੂੰ ਕੌਮ ਨੂੰ ਜਿਹੜਾ ਸਹੀ ਅਗਵਾਈ ਦੇ ਸਕੇ, ਸਿਆਸੀ ਆਕਾਮਾਂ ਦੇ ਪਿੱਛੇ ਨਾ ਲੱਗਿਆ ਫਿਰ। ਇਸ ਕਰਕੇ ਇਦਾਂ ਦੀ ਕੋਸ਼ਿਸ਼ ਹੋਈ ਸੀ ਤੇ ਜਿਹਦੇ ਤਹਿਤ ਜਿਹੜੀ ਖਾਲਸੇ ਦੀ ਬੜੀ ਪੁਰਾਣੀ ਵਿਰਾਸਤ ਸੀ ਸਰਬੱਤ ਖਾਲਸਾ, ਉਹਦੇ ਤਹਿਤ ਜਿਹੜੀ ਹੈ ਇਹਨਾਂ ਸਿੰਘਾਂ ਦੀ ਚੋਣ ਹੋਈ ਸੀ, ਜਿਹਦੇ ਵਿੱਚ ਧਿਆਨ ਸਿੰਘ ਮੰਡ ਜਿਹੜੇ ਸਾਬਕਾ MP ਵੀ ਰਹਿ ਚੁੱਕੇ ਆ, ਉਹਨਾਂ ਨੂੰ ਜਿਹੜਾ ਜਥੇਦਾਰ ਬਰਾਬਰ ਚੁਣ ਲਿਆ ਗਿਆ ਸੀ। ਮਤਲਬ ਪੈਰਲਲ ਜਥੇਦਾਰ ਕਹਿ ਸਕਦੇ ਆਪਾਂ, ਉਹਨਾਂ ਨੂੰ ਮੁਤਵਾਜੀ ਜਥੇਦਾਰ ਕਿਹਾ ਜਾਂਦਾ। ਤੇ ਕਿਤੇ ਨਾ ਕਿਤੇ ਗੱਲ ਹੁਣ ਇਹ ਵੀ ਆ ਗਈ ਆ ਕਿ ਜਿਹੜਾ ਨੋਟਿਸ ਮੁਤਵਾਜੀ ਜਥੇਦਾਰ ਬੇਸ਼ੱਕ ਭੇਜਦੇ ਨੇ, ਹਾਲਾਂਕਿ ਬਾਦਲ ਦਲ ਉਹਨਾਂ ਨੂੰ ਮਾਨਤਾ ਨਹੀਂ ਦਿੰਦਾ, ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਔਰ ਭਗਵੰਤ ਮਾਨ ਹੋਣੀ ਆਮ ਆਦਮੀ ਪਾਰਟੀ ਨੇ ਮੁਤਵਾਜੀ ਜਥੇਦਾਰ ਨੂੰ ਜਿਹੜੀ ਆ ਉਹ ਮਾਨਤਾ ਬਰਾਬਰ ਦਿੱਤੀ ਲੱਗਦੀ ਹੈ। ਇਹਦੇ ਵੀ ਕਿਹੋ ਜਿਹੇ ਅਸਰ ਜਿਹੜੇ ਆ ਮਹਿਸੂਸ ਕਰਦੇ ਹੋ ਦੇਖਣ ਨੂੰ ਮਿਲਣਗੇ? ਦੇਖੋ ਸੰਧੂ ਸਾਹਿਬ, ਇਹ ਗੱਲਾਂ ਬੜੀਆਂ ਵਿਚਿੱਤਰ ਹੋ ਰਹੀਆਂ ਨੇ ਕੁਝ ਇਸ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਐਸੀ ਸੰਸਥਾ ਮੰਨਿਆ ਜਾਂਦਾ ਸੀ ਕਿ ਜੋ ਸਿੱਖਾਂ ਦੀ ਸਿਰਮੌਰ ਸਰਵਉੱਚ ਜਿਹੜੀ ਹੈ ਸੰਸਥਾ ਜਿਹੜੀ ਹੈ ਮੰਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਰ ਸਿੱਖ ਜਿਹੜਾ ਆ, ਕੱਲਾ ਹਰ ਸਿੱਖ ਨਹੀਂ, ਹਰ ਪੰਜਾਬੀ ਤੇ ਹਰ ਹਿੰਦੁਸਤਾਨੀ ਜਿਹੜਾ ਆ ਉਹ ਨਤਮਸਤਕ ਹੁੰਦਾ ਹੈ। ਔਰ ਸਾਰਿਆਂ ਨੂੰ ਇਹ ਪਤਾ ਸੀ ਕਿ ਇਸ ਅਕਾਲ ਤਖਤ ਸਾਹਿਬ ਦਾ ਔਰ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਸਾਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਵਾਕਿਆ ਐਸੇ ਦਿਖਣ ਨੂੰ ਆਏ ਜਿਨ੍ਹਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਗ੍ਰੰਥੀ ਸਿੰਘ ਨੇ, ਕੋਈ ਪਾਠੀ ਸਿੰਘ ਨੇ, ਕੋਈ ਹੋਰ ਜਿਹੜੇ ਉੱਥੇ ਕੋਈ ਕਿਸੇ ਵੀ ਅਹੁਦੇ ਦੇ ਉੱਤੇ ਨੌਕਰੀ ਕਰਦੇ ਨੇ ਤੇ ਉਹ ਉਸ ਦੇ ਬਾਰੇ ਉਹਨਾਂ ਨੂੰ ਜੋ ਵੀ ਪਤਾ ਮਿਲਦਾ ਹੈ ਉਸ ਦੇ ਨਾਲ ਉਹ ਆਪਣਾ ਗੁਜ਼ਾਰਾ ਕਰਦੇ ਨੇ। ਤਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਇਹ ਚੀਜ਼ਾਂ ਕਈ ਗੁਰਦੁਆਰਾ ਸਾਹਿਬ ਤੋਂ ਦੇਖਣ ਨੂੰ ਆਈਆਂ ਕਿ ਉਹ ਪਾਠੀ ਸਿੰਘਾਂ ਨੂੰ ਜਿਹੜਾ ਮਹਿਤਾਨਾ ਦਿੱਤਾ ਜਾਂਦਾ ਹੈ ਉਹ ਬੜਾ ਘੱਟ ਦਿੱਤਾ ਜਾਂਦਾ ਹੈ। ਔਰ ਕਈਆਂ ਨਾਲ ਤਾਂ ਐਸੀਆਂ ਵਧੀਕੀਆਂ ਵੀ ਹੋਈਆਂ ਕਿ ਜਿਨ੍ਹਾਂ ਨੇ ਸਮਾਜ ਦੇ ਵਿੱਚ ਆ ਕੇ ਤਾਂ ਖੁੱਲੇ ਤੌਰ ਦੇ ਉੱਤੇ ਗੱਲ ਨਹੀਂ ਕੀਤੀ, ਪਰ ਅੰਦਰੂਨੀ ਹਾਲਾਤਾਂ ਦੇ ਵਿੱਚ ਕਈ ਕੇਸ ਐਸੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਜ਼ਾਹਿਰ ਕੀਤਾ ਕਿ ਸਾਨੂੰ ਸਾਡੀ ਮਿਹਨਤ ਵੀ ਜਿਹੜੀ ਹੈ ਉਹ ਪੂਰੀ ਨਹੀਂ ਮਿਲਦੀ। ਤਾਂ ਫਿਰ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਤੋਂ ਮਜਬੂਰ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ, ਜਿਸ ਤਰ੍ਹਾਂ ਬਾਕੀ ਸੰਸਥਾਵਾਂ ਦੇ ਵਿੱਚ, ਬਾਕੀ ਡਿਪਾਰਟਮੈਂਟਾਂ ਦੇ ਵਿੱਚ ਲੜੀਆਂ ਜਾਂਦੀਆਂ, ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਯੂਨੀਅਨ ਜਿਹੜੀ ਆ ਉਹ ਬਣਾਈ ਗਈ ਹੈ। ਪਰ ਇਹ ਇੱਕ ਧਰਮ ਦੇ ਨਾਮ ਦੇ ਉੱਤੇ ਚੱਲਣ ਵਾਲੀ ਸੰਸਥਾ ਦੇ ਲਈ ਇਸ ਤਰ੍ਹਾਂ ਦੀ ਅਗਰ ਯੂਨੀਅਨ ਬਣਦੀ ਆ ਤਾਂ ਇਹਦਾ ਇੱਕ ਮਾੜਾ ਪ੍ਰਭਾਵ ਜਿਹੜਾ ਆ ਉਹ ਜਾਣਾ ਬਣਦਾ ਹੈ। ਕਿਉਂਕਿ ਧਰਮ ਦੇ ਵਿੱਚ ਕਿਸੇ ਦਾ ਹੱਕ ਰੱਖਿਆ ਨਹੀਂ ਜਾਂਦਾ, ਬਲਕਿ ਉਸ ਨੂੰ ਜੋ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਂਦੀ ਹੈ ਜਾਂ ਉਸ ਦਾ ਬਣਦਾ ਹੱਕ ਹੈ ਉਹ ਦਿੱਤਾ ਜਾਂਦਾ ਹੈ। ਇਹ ਤਾਂ ਗੱਲ ਹੋ ਗਈ ਜਿਹੜੀ ਯੂਨੀਅਨ ਵਾਲੀ ਗੱਲ ਹੈ। ਜੀ, ਹੁਣ ਦੂਸਰੀ ਗੱਲ ਕਰੀਏ
ਜਿਹੜੀ ਜਥੇਦਾਰ ਸਾਹਿਬ ਦੀ ਗੱਲ ਆ ਗਈ, ਧਿਆਨ ਸਿੰਘ ਮੰਡ ਸਾਹਿਬ ਦੀ, ਜੀ ਕਿ ਸਰਕਾਰ ਨੇ ਉਹਨਾਂ ਦੇ ਕੋਲ ਆਪਣਾ ਸਪਸ਼ਟੀਕਰਨ ਵੀ ਭੇਜਤਾ। ਮਾਨਯੋਗ ਮੁੱਖ ਮੰਤਰੀ ਦੇ 2 MLA ਜਿਹੜੇ ਹੈ ਉਹ ਉਹਨਾਂ ਦੇ ਕੋਲ ਉਹਨਾਂ ਦਾ ਸੀਲਬੰਦ ਲਿਫਾਫਾ ਲਿਜਾ ਕੇ ਉਹਨਾਂ ਨੇ ਉਹਨਾਂ ਨੂੰ ਸਮਰਪਣ ਕਰਤਾ ਕਿ ਜੀ ਇਹ ਤੁਹਾਡੇ ਕੋਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਇਹ ਸਪਸ਼ਟੀਕਰਨ ਹੈ ਜੀ। ਪਰ ਗੱਲ ਦੇਖਿਆ ਜਾਵੇ ਤਾਂ ਭਾਵੇਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਸੰਵਿਧਾਨਿਕ ਸੀਟ ਦੇ ਉੱਤੇ ਲੋਕਾਂ ਦੇ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਹੈ, ਉਹ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਣ ਵਾਲੀ ਇੱਕ ਸੰਸਥਾ ਦੇ ਮੁਖੀ ਹੈ, ਪਰ ਉਹਨਾਂ ਨੇ ਫਿਰ ਵੀ ਇੱਕ ਧਾਰਮਿਕ ਸੰਸਥਾ ਉਸ ਦੇ ਜਥੇਦਾਰ ਦੇ ਵੱਲੋਂ ਅਗਰ ਟਿੱਪਣੀ ਕੀਤੀ ਗਈ, ਉਹਨਾਂ ਨੂੰ ਆਪ ਹਾਜ਼ਰ ਨਾ ਹੋ ਕੇ ਫਿਰ ਵੀ ਉਹਨਾਂ ਨੇ ਇੱਕ ਮਾਨ ਦਿੱਤਾ ਉਸ ਸੰਸਥਾ ਨੂੰ, ਔਰ ਉਹਨਾਂ ਨੇ ਉਹਨਾਂ ਦੇ ਕੋਲ ਆਪਣਾ ਸਪਸ਼ਟੀਕਰਨ ਭੇਜਿਆ। ਉਸ ਸਪਸ਼ਟੀਕਰਨ ਦੇ ਵਿੱਚ ਕੀ ਭੇਜਿਆ ਇਹ ਬਾਅਦ ਦੇ ਵਿੱਚ ਸਾਹਮਣੇ ਆ ਜਾਏਗਾ। ਇਹ ਸਮਝਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਦਾ ਮਾਨ ਕੀਤਾ, ਸਨਮਾਨ ਕੀਤਾ ਸਿੱਖਾਂ ਦੀ ਸਿਰਮੌਰ ਸੰਸਥਾ ਦਾ, ਉਸ ਦੇ ਭਾਵੇਂ ਪੈਰਲਰ ਬਣੇ ਸੰਸਥਾ ਨੂੰ ਜਿਹੜੇ ਹੈ ਜਥੇਦਾਰ ਹੈ ਉਹਨਾਂ ਦੇ ਕੋਲ ਉਹਨਾਂ ਨੇ ਆਪਣਾ ਸਪਸ਼ਟੀਕਰਨ ਭੇਜਿਆ ਜੀ। ਹੁਣ ਤੀਸਰੀ ਗੱਲ ਆ ਗਈ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜੀ SGPC ਆ ਉਹ ਇੱਕ ਪਰਿਵਾਰ ਦੇ ਪ੍ਰਭਾਵ ਦੇ ਥੱਲੇ ਚੱਲ ਰਹੀ ਆ ਪਿਛਲੇ ਦਿਨਾਂ ਦੇ ਕਾਫੀ ਲੰਬੇ ਸਮੇਂ ਤੋਂ। ਇਸੇ ਕਰਕੇ ਜਿਹੜੀ ਅਸਲ ਸਿੱਖ ਸਮਾਜ ਹੈ, ਸਿੱਖ ਸੰਗਤ ਹੈ, ਉਸ ਦੇ ਵਿੱਚ ਇਸ ਚੀਜ਼ ਦਾ ਰੋਸ਼ ਬੜੀ ਦੇਰ ਤੋਂ ਪਾਇਆ ਜਾ ਰਿਹਾ, ਔਰ ਉਹ ਚਾਹੁੰਦੇ ਆ ਕਿ ਅਕਾਲ ਤਖਤ ਸਾਹਿਬ ਜਿਹੜੇ ਹੈ ਸਿੱਖਾਂ ਦੀ ਸੁਪਰੀਮ ਕੋਰਟ ਹੈ ਉਸ ਦੇ ਉੱਤੇ ਕਿਸੇ ਵੀ ਸਿਆਸੀ ਸੰਸਥਾ ਦਾ ਪ੍ਰਭਾਵ ਨਾ ਹੋਵੇ, ਉਹ ਇੱਕ ਨਿਰੋਲ ਧਾਰਮਿਕ ਸੰਸਥਾ ਹੋਵੇ ਜਿਹੜੀ ਨਿਰੋਲ ਧਾਰਮਿਕ ਬਣ ਕੇ ਧਰਮ ਦੇ ਲਈ, ਸਿੱਖ ਪੰਥ ਦੇ ਕਲਿਆਣ ਦੇ ਲਈ, ਸਿੱਖ ਪੰਥ ਦੀ ਤਰੱਕੀ ਦੇ ਲਈ ਔਰ ਸਿੱਖ ਸਮਾਜ ਨੂੰ ਅੱਗੇ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੋ ਫਲਸਫਾ ਹੈ ਉਸ ਨੂੰ ਪਹੁੰਚਾਉਣ ਦੇ ਲਈ ਉਹ ਕੰਮ ਕਰੇ। ਤੇ ਇਸੇ ਕਰਕੇ ਸ਼ਾਇਦ ਜਿਹੜੀ ਹੈ ਇਸ ਟਾਈਮ ਜਿਹੜੀ ਬਹੁਤ ਤੇਜ਼ੀ ਦੇ ਨਾਲ ਹਲਚਲ ਚੱਲ ਰਹੀ ਹੈ, ਉਥਲ ਪੁਥਲ ਚੱਲ ਰਹੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਲਦੀ ਕੋਈ ਨਾ ਕੋਈ ਪ੍ਰਭਾਵ ਜਿਹੜਾ ਸਾਹਮਣੇ ਜ਼ਰੂਰ ਆਏਗਾ। ਬਿਲਕੁਲ ਜੀ। ਔਰ ਕਿਤੇ ਲੱਗਦਾ ਕਿ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਨੇ ਉਹ ਵੀ ਕਰਵਟ ਲੈਂਦੇ ਨਜ਼ਰ ਆ ਰਹੇ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਯੁਕਤ ਆ ਢੀਂਡਸਾ ਸਾਹਿਬ ਦਾ, ਬੀਬੀ ਜਗੀਰ ਕੌਰ ਵੀ ਉਹਨਾਂ ਦੇ ਨਾਲ ਖੜੇ ਨਜ਼ਰ ਆਏ ਸੀ ਪਿਛਲੀਆਂ ਚੋਣਾਂ ਦੇ ਵਿੱਚ, ਤੇ ਲੇਕਿਨ ਦੋਨੇ ਲੀਡਰ ਆਪੋ ਆਪਣੇ ਢੰਗ ਨਾਲ ਸਿੱਖ ਸਿਆਸਤ ਨੂੰ ਔਰ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਲਗਾਤਾਰ ਕਰਦੇ ਜਾ ਰਹੇ ਨੇ। ਜਿੱਥੇ BJP ਦੀ ਸਪੋਰਟ ਕਰਨ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਕਿ ਅਗਰ ਕੋਈ ਮੰਗ ਹੁਣ ਢੀਂਡਸਾ ਸਾਹਿਬ ਤੇ ਉਹਨਾਂ ਦੀ ਪਾਰਟੀ ਉਠਾਉਂਦੀ ਹੈ ਤੇ ਉਹਦੇ ਉੱਤੇ ਜਿਹੜਾ ਕੇਂਦਰ ਹੈ ਜ਼ਰੂਰ ਕਾਰਵਾਈ ਕਰੇਗਾ, ਤੇ ਲੱਗਦਾ ਕਿਤੇ ਨਾ ਕਿਤੇ ਹੁਣ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹਦੀ ਗੱਲ ਵੀ ਬਾਤ ਜਿਹੜੀ ਹੈ ਉਹ ਵੀ ਜ਼ਰੂਰ ਚੱਲ ਪਏਗੀ। ਤੇ ਨਾਲ ਜਿਹੜਾ ਦੂਜੇ ਪਾਸੇ ਬੀਬੀ ਜਗੀਰ ਕੌਰ ਉਹਨਾਂ ਦੀ ਗੱਲ ਕਰਦੇ ਆ, ਬੀਬੀ ਜਗੀਰ ਕੌਰ ਸੀਗੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਨੂੰ ਹਟਾ ਕੇ ਇਲਜ਼ਾਮ ਲਗਾ ਕੇ ਕਿ ਲਓ ਜੀ ਇਹ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਰਦੇ ਨੇ, ਜਦੋਂ ਬੀਬੀ ਜਗੀਰ ਕੌਰ ਹੋਣੀ ਉਹਨਾਂ ਦੀ ਜਿਹੜੀ ਪਾਰਟੀ ਹਾਈ ਕਮਾਂਡ ਹੈ ਉਹਦੇ ਉੱਤੇ ਕੁਝ ਸਵਾਲ ਲੱਗਦੇ ਨੇ ਤੇ ਉਹਨਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦਾ ਇਲਜ਼ਾਮ ਲਾ ਕੇ ਬਾਹਰ ਕਰਤਾ ਜਾਂਦਾ। ਪਰ ਹੁਣ ਪਿਛਲੇ ਦਿਨਾਂ ਤੋਂ ਲਗਾਤਾਰ ਝੱਖੜ ਝੁਰ ਰਿਹਾ, ਹਨੇਰੀ ਆ ਰਹੀ ਆ, ਇਸਤਰੀ ਅਕਾਲੀ ਦਲ ਦੇ ਵੱਡੇ ਵੱਡੇ ਜਿਹੜੇ ਅਹੁਦੇਦਾਰ ਨੇ ਉਹ ਅਹੁਦਿਆਂ ਤੋਂ ਜਿਹੜੇ ਆ ਆਪਣੇ ਆਪ ਨੂੰ ਮੁਕਤ ਕਰ ਰਹੇ ਨੇ, ਪਾਸੇ ਹੋ ਰਹੇ ਨੇ, ਕਿਉਂਕਿ ਜਿਹੜੀ ਪ੍ਰਧਾਨ ਨਵੀਂ ਬਣਾਈ ਹੈ ਉਹ ਕਹਿੰਦੇ ਏਦਾਂ ਦੀ ਬੀਬੀ ਹੈ ਜਿਹੜੀ ਪਹਿਲਾਂ ਬਾਦਲਾਂ ਦੇ ਖਿਲਾਫ ਬੋਲਦੀ ਹੁੰਦੀ ਸੀ, ਬੜਾ ਇਤਰਾਜ਼ਯੋਗ ਟਿੱਪਣੀਆਂ ਕਰਦੀ ਹੁੰਦੀ ਸੀ ਵੱਡੇ ਬਾਦਲ ਸਾਹਿਬ ਤੇ ਵੀ, ਤੇ ਉਹ ਆਂਗਣਵਾੜੀ ਮੁਲਾਜ਼ਮਾਂ ਦੀ ਹੈੱਡ ਸੀ, ਤੇ ਉਹਨੂੰ ਕਹਿੰਦੇ ਪਾਰਟੀ ਸ਼ਾਮਲ ਕੀਤਾ ਤੇ ਨਾਲੇ ਉਹਨੂੰ ਪ੍ਰਧਾਨ ਐਲਾਨ ਦਿੱਤਾ। ਤੇ ਇਹਦੇ ਵਿੱਚ ਹੁਣ ਜਿਹੜਾ ਬੀਬੀਆਂ ਕਰ ਰਹੀਆਂ ਨੇ ਅਸਤੀਫੇ ਦੇ ਰਹੀਆਂ ਨੇ, ਹੁਣ ਜਨਰਲ ਸਕੱਤਰਾਂ ਨੇ 2 ਰਣਜੀਤ ਕੌਰ ਤੇ ਬਬੀਤਾ ਮਹਾਜਨ, ਇਹਨਾਂ ਦੋਨਾਂ ਨੇ ਵੀ ਅਸਤੀਫਾ ਦੇ ਦਿੱਤਾ। ਤੇ ਹੁਣ ਕਹਿੰਦੇ ਜੀ ਇਹ ਜਿਹੜੇ ਅਸਤੀਫੇ ਆ ਰਹੇ ਨੇ, ਅਕਾਲੀ ਦਲ ਦਾ ਬਿਆਨ ਆਉਂਦਾ, ਉਹ ਕਹਿੰਦੇ ਜੀ ਵੀ ਇਹ ਜਿਹੜੇ ਅਸਤੀਫੇ ਆ ਰਹੇ ਬੀਬੀ ਜਗੀਰ ਕੌਰ ਦੁਆਰਾ ਹੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਬੀਬੀ ਜਗੀਰ ਕੌਰ ਹੋਣੀ ਜਿਹੜੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਵਿੱਚ ਉਸੇ ਤਰ੍ਹਾਂ ਪ੍ਰਭਾਵਸ਼ਾਲੀ ਨੇ, ਉਹਨਾਂ ਦਾ ਇੱਕ ਮੁਕਾਮ ਹੈ, ਉਹਨਾਂ ਨੇ ਸੰਗਤ ਨਾਲ ਜਿਹੜੇ ਸੰਬੰਧ ਨੇ ਉਹ ਲਗਾਤਾਰ ਬਣਾਏ ਹੋਏ ਨੇ, ਜੁੜੇ ਹੋਏ ਨੇ, ਉਹ ਪੰਥਕ ਕਾਰਜਾਂ ਦੇ ਨਾਲ ਨਾਲ ਸਿਆਸੀ ਕਾਰਜਾਂ ਦੇ ਵਿੱਚ ਵੀ ਬਰਾਬਰ ਜਿਹੜਾ ਉਹ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਨੇ। ਤੇ ਲੱਗਦਾ ਕਿਤੇ ਨਾ ਕਿਤੇ ਹਾਲੇ ਇਹ ਜਿਹੜੀਆਂ ਚੀਜ਼ਾਂ ਨੇ ਅਕਾਲੀ ਦਲ ਦੇ ਮੁੜ ਉਭਾਰ ਲਈ ਜਿਹੜਾ ਹੋਰ ਸਮਾਂ ਲੰਬਾ ਲਾਉਣਗੀਆਂ। ਬਾਦਲ ਦਲ ਜਿਹੜਾ ਉਹ ਹਲੇ ਕਿਤੇ ਦੁਬਾਰਾ ਉੱਪਰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਨਵੀਆਂ ਧਿਰਾਂ ਜਿੰਨੀਆਂ ਉੱਭਰਨਗੀਆਂ, ਜਿੰਨੇ ਪ੍ਰਭਾਵਸ਼ਾਲੀ ਬੀਬੀ ਜਗੀਰ ਕੌਰ ਹੋਣੀ ਹੋ ਕੇ ਸਾਹਮਣੇ ਆਉਣਗੇ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਅਕਾਲੀ ਦਲ ਜਿਹੜੇ ਆ ਉਹ ਜਿੰਨੇ ਮਜ਼ਬੂਤ ਹੁੰਦੇ ਜਾਣਗੇ,
ਉਹਨਾਂ ਹੀ ਅਕਾਲੀ ਦਲ ਬਾਦਲ ਦਾ ਜਿਹੜਾ ਅਗਲਾ ਸਫ਼ਰ ਆ ਉਹ ਕੰਡਿਆਂ ਭਰਾ ਹੁੰਦਾ ਨਜ਼ਰ ਆਏਗਾ। ਪਰ ਨਾਲ ਦੀ ਨਾਲ ਇੱਕ ਆਪਾਂ ਹੋਰ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਜਿਹੜੇ ਧਾਰਮਿਕ ਸੰਸਥਾਵਾਂ ਹੁੰਦੀਆਂ, ਧਾਰਮਿਕ ਮੁੱਦੇ ਹੁੰਦੇ ਨੇ, ਉਹ 'ਚ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਹੁੰਦੀਆਂ। ਹੁਣ ਇੱਕ ਹੋਰ ਗੱਲ ਆ ਗਈ, ਖਬਰ ਹੁਣ ਇਹ ਵੀ ਚੱਲ ਰਹੀ ਹੈ ਕਿ ਧਰਮ ਦੇ ਨਾਂ ਤੇ ਬਹੁਤ ਸਾਰੇ ਕਾਰੋਬਾਰ ਲੋਕਾਂ ਦੇ ਚੱਲਦੇ, ਧਰਮ ਦੇ ਨਾਂ ਤੇ ਬਹੁਤ ਸਾਰੀਆਂ ਕਰੋੜਾਂ ਦੀਆਂ ਠੱਗੀਆਂ ਵੱਜ ਜਾਂਦੀਆਂ ਨੇ। ਪਰ ਕਿਉਂਕਿ ਉਹ ਸਾਰਾ ਕੰਮ ਧਰਮ ਦੇ ਨਾਂ ਤੇ ਹੋ ਰਿਹਾ ਹੁੰਦਾ, ਇਸ ਕਰਕੇ ਉਹਦੇ ਖਿਲਾਫ ਬੋਲਣ ਦੀ ਥਾਂ ਦੇ ਉੱਤੇ ਬਹੁਤੇ ਤਾਂ ਲੋਕ ਇਹ ਹੁੰਦੇ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋਣ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਠੱਗੇ ਕਦੋਂ ਗਏ ਨੇ। ਆਪਣੇ ਵੱਲੋਂ ਤਾਂ ਬੜਾ ਚੰਗਾ ਕੰਮ ਸ਼ੁਰੂ ਕਰਾਉਂਦੇ ਨੇ, ਪਰ ਬਾਅਦ 'ਚ ਪਤਾ ਲੱਗਦਾ ਕਿ ਉਹਨਾਂ ਨਾਲ ਤਾਂ ਕਰੋੜਾਂ ਦੀ ਠੱਗੀ ਹੋ ਗਈ। ਏਦਾਂ ਦਾ ਮਾਮਲਾ ਅੱਜ ਕੱਲ੍ਹ ਜਲੰਧਰ ਦੀ ਇੱਕ ਅਖਬਾਰ ਜਿਹੜੀ ਆ ਉਹ ਬੜਾ ਤੇਜ਼ੀ ਨਾਲ ਉਭਾਰ ਰਹੀ ਹੈ। ਗੱਲ ਕਰਦੇ ਆ ਚੰਡੀਗੜ੍ਹ ਤੋਂ ਛਪਣ ਵਾਲੀ ਸਪੋਕਸਮੈਨ ਅਖਬਾਰ ਦੀ। 2005 ਤੋਂ ਅਖਬਾਰ ਸ਼ੁਰੂ ਹੋਈ ਹੈ, ਹਾਲਾਂਕਿ ਸ਼ੁਰੂ ਹੋਣ ਤੋਂ ਬਾਅਦ ਹੀ ਆਪਣੇ ਜਿਹੜੇ ਇਹਨਾਂ ਦੇ ਕਾਰਜਕਰਤਾ ਵਰਕਰ ਸੀ, ਜਿਹੜੇ ਪੱਤਰਕਾਰ ਸੀ, ਉਹਨਾਂ ਦੇ ਨਾਲ ਇਹਦਾ ਜਿਹੜਾ ਵਤੀਰਾ ਆ ਉਹ ਬੜਾ ਅਜੀਬੋ-ਗਰੀਬ ਢੰਗ ਨਾਲ ਦੇਖਣ ਨੂੰ ਨਜ਼ਰ ਆ ਰਿਹਾ ਸੀ। ਕਈ ਲੋਕਾਂ ਦੇ ਉੱਤੇ ਇਲਜ਼ਾਮ ਲਾਏ, ਕਈ ਲੋਕਾਂ ਨੂੰ ਬਾਹਰ ਕੱਢਿਆ, ਧੋਖੇਬਾਜ਼ੀ ਦੇ ਕਿਸੇ ਤੇ ਇਲਜ਼ਾਮ ਲਗਾਤੇ, ਕਿਸੇ ਦੇ ਕਹਿਤਾ ਤੁਸੀਂ ਕੰਮ ਦੇ ਬੰਦੇ ਨੇਗੇ, ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰਾ ਜਿਹੜਾ ਸਟਾਫ ਆ ਉਹ ਅੰਦਰ ਬਾਹਰ ਹੁੰਦਾ ਰਿਹਾ ਤੇ ਬੜੇ ਵਿਵਾਦ ਇਹ ਤੇ ਚੱਲਦੇ ਰਹੇ ਨੇ। ਸ਼੍ਰੋਮਣੀ ਕਮੇਟੀ ਵੀ ਬੜਾ ਲੰਬਾ ਅਰਸਾ ਜਿਹੜਾ ਇਸ ਅਖਬਾਰ ਦੇ ਖਿਲਾਫ ਬੜੇ ਤਰ੍ਹਾਂ ਦੇ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਰਹੇ, ਅਕਾਲ ਤਖਤ ਤੋਂ ਹੁੰਦੇ ਰਹੇ ਨੇ। ਪਰ ਇਹ ਬੰਦਾ ਜਿਹੜਾ ਲਗਾਤਾਰ ਜੋਗਿੰਦਰ ਸਿੰਘ ਜਿਹੜਾ ਇਹਦਾ ਮਾਲਕ ਹੈ, ਉਹ ਲਗਾਤਾਰ ਜਿਹੜਾ ਅੱਗੇ ਵੱਧਦਾ ਗਿਆ। ਉਹਨੇ ਕੰਸੈਪਟ ਲੈਂਦਾ ਸੀ ਉੱਚਾ ਦਰ ਬਾਬੇ ਨਾਨਕ ਦਾ, ਤੇ ਹੁਣ ਉਹਦੇ ਅੱਜ ਤੀਜੀ ਘੜੀ ਛਪੀ ਹੋਈ ਆ ਅਖਬਾਰ ਦੇ ਵਿੱਚ ਕਿ ਉਹ ਕੀ ਕਰਦੇ ਸੀ। ਉਹੀ ਗੱਲਾਂ ਸੀ ਜਿਹੜੀਆਂ ਹੁਣ ਤੱਕ ਸਾਰਿਆਂ ਦੇ ਸਾਹਮਣੇ ਸੀ, ਪਰ ਹੁਣ ਗੱਲਾਂ ਉਹ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। 25 ਤੋਂ ਲੈ ਕੇ 50 ਲੱਖ ਰੁਪਏ ਤੱਕ ਇਹਨਾਂ ਦੀ ਮੈਂਬਰਸ਼ਿਪ ਵੀ ਵਿਕੀ ਹੈ, ਤੇ ਹਰ ਬੰਦੇ ਨੂੰ ਮੈਂਬਰ ਬਣਾਇਆ, ਤੇ ਇਹ ਸਮਝਵਾ ਕੇ ਦਿਖਾਇਆ ਗਿਆ ਸੀ ਕਿ ਬਾਬੇ ਨਾਨਕ ਦੇਵ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਉਪਦੇਸ਼ ਆ ਉਹਨੂੰ ਸਹੀ ਅਰਥਾਂ 'ਚ ਪਹੁੰਚਾਉਣ ਲਈ ਉਹਨਾਂ ਦੀਆਂ ਉਦਾਸੀਆਂ ਦੀ ਜਾਣਕਾਰੀ ਹੋਏਗੀ, ਉਹ ਉਹਨਾਂ ਦੇ ਹਿਸਾਬ ਨਾਲ ਮਾਡਲ ਕਿਵੇਂ ਹੋਏਗਾ ਬਿਜ਼ਨਸ ਦਾ, ਇਹ ਚੀਜ਼ਾਂ ਸਾਰੀਆਂ ਧਾਰਮਿਕ ਦਾ ਕਿਵੇਂ ਅਸਲੀ ਹੋਏਗੀ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਲਿਆਂਦੀਆਂ ਜਾਣਗੀਆਂ। ਪਰ ਕਿਤੇ ਨਾ ਕਿਤੇ ਅੱਜ ਜਿਹੜੇ ਆ ਉੱਥੇ ਵੀ ਫਸਦੇ ਨਜ਼ਰ ਆ ਰਹੇ ਨੇ, ਤੇ ਉਹ ਵੀ ਮੁੱਦਾ ਬਣਿਆ ਹੋਇਆ। ਤੇ ਕਿਵੇਂ ਦੇਖਦੇ ਹੋ ਅਖਬਾਰਾਂ ਦੇ ਮਾਲਕ, ਅਗਰ ਕੋਈ ਵੀ ਅਖਬਾਰਾਂ ਵਾਲੇ ਆ, ਅਗਰ ਕਿਸੇ ਧਰਮ ਪੰਥ ਨੂੰ ਲੈ ਕੇ ਚੱਲਦੇ ਨੇ, ਕੀ ਇਹ ਜਿਹੜਾ ਢੰਗ ਤਰੀਕਾ ਆ ਕੰਮ ਕਰਨ ਦਾ, ਅਖਬਾਰਾਂ ਚਲਾਉਣ ਦਾ ਤਰੀਕਾ ਆ, ਇਹ ਅਖਬਾਰੀ ਲਿਹਾਜ਼ ਦੇ ਨਾਲ ਕਿੰਨਾ ਕੁ ਸੂਟ ਬੈਠਦਾ, ਤੇ ਜਿਹੜੇ ਨੋਰਮਸ ਨੇ ਸਾਡੇ ਪੱਤਰਕਾਰੀ ਦੇ ਉਹਦੇ ਤੇ ਕਿੰਨਾ ਕੁ ਚੰਗਾ ਢੁਕਦਾ ਹੈ? ਕਿਵੇਂ ਦੇਖਦੇ ਹੋ? ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਮੀਡੀਆ ਨੂੰ, ਪੱਤਰਕਾਰਤਾ ਨੂੰ ਸਾਡੇ ਇਸ ਜੋ ਸਿਸਟਮ ਹੈ ਸਾਡੇ ਇੱਥੇ ਦਾ, ਉਸ ਦਾ ਇੱਕ ਚੌਥਾ ਪਿੱਲਰ ਮੰਨਿਆ ਜਾਂਦਾ ਹੈ। ਉਸ ਦਾ ਮਤਲਬ ਇਹ ਹੈ ਕਿ ਇਹ ਚੌਥਾ ਪਿੱਲਰ ਇਸ ਲਈ ਹੈ ਕਿ ਅਗਰ 3 ਪਿੱਲਰਾਂ ਦੇ ਉੱਤੇ ਬਿਲਡਿੰਗ ਖੜੀ ਹੈ, ਸਿਸਟਮ ਖੜਾ ਆ, ਤੇ ਇਹ ਚੌਥਾ ਪਿੱਲਰ ਉਸ ਨੂੰ ਉਨੀ ਹੀ ਮਜ਼ਬੂਤੀ ਦਿੰਦਾ ਆ, ਤੇ ਜਿਸ ਦੇ ਨਾਲ ਇਹ ਬਿਲਡਿੰਗ ਜਿਹੜੀ ਹੈ ਬਿਲਕੁਲ ਮਜ਼ਬੂਤੀ ਦੇ ਨਾਲ ਖੜੀ ਰਹਿੰਦੀ ਆ। ਇਹ ਸਿਸਟਮ ਮਜ਼ਬੂਤੀ ਦੇ ਨਾਲ ਖੜਾ ਰਹਿੰਦਾ ਹੈ। ਪਰ ਅਗਰ ਇਸ ਦੇ ਨਾਲ ਜੁੜੇ ਹੋਏ ਵੱਡੇ ਲੋਕ, ਅਖਬਾਰਾਂ ਦੇ ਮਾਲਿਕ, ਅਗਰ ਲੋਕਾਂ ਨੂੰ ਮਿਸਲੀਡ ਕਰਨਗੇ ਜਾਂ ਮਿਸਗਾਈਡ ਕਰਨਗੇ, ਤਾਂ ਉਹਦੇ ਨਾਲ ਲੋਕਾਂ ਦੇ ਮਿਸਗਾਈਡ ਹੋਣ ਦਾ ਜਾਂ ਮਿਸਯੂਜ਼ ਹੋਣ ਦਾ ਸਭ ਜਿਹੜਾ ਚਾਂਸ ਹੈ ਉਹ ਜ਼ਿਆਦਾ ਬਣ ਜਾਂਦੇ ਆ, ਕਿਉਂਕਿ ਲੋਕ ਇਹਨਾਂ ਲੋਕਾਂ ਦੇ ਉੱਤੇ ਵਿਸ਼ਵਾਸ ਕਰਦੇ ਹੁੰਦੇ ਆ, ਲੋਕ ਇਹਨਾਂ ਦੇ ਪ੍ਰਭਾਵ ਹੇਠ ਹੁੰਦੇ ਆ, ਕਿਉਂਕਿ ਸਰਕਾਰਾਂ ਤੱਕ ਇਹਨਾਂ ਦੇ ਜਿਹੜੇ ਆ ਸਿੱਧੇ ਸੰਬੰਧ ਹੁੰਦੇ ਆ। ਤੇ ਬਾਬੇ ਨਾਨਕ ਦਾ ਫਲਸਫਾ ਜਿਹੜਾ ਲੈ ਕੇ ਉੱਚਾ ਦਰ ਬਾਬੇ ਨਾਨਕ ਦਾ, ਉਸ ਸ਼ੀਰਸ਼ਕ ਨੂੰ ਲੈ ਕੇ ਅਗਰ ਕੋਈ ਐਸਾ ਪ੍ਰੋਗਰਾਮ ਉਲੀਕਿਆ ਗਿਆ ਸੀ ਸ਼ੁਰੂਆਤ ਦੇ ਵਿੱਚ ਕਿ ਲੋਕਾਂ ਨੂੰ ਇਹ ਦੱਸਿਆ ਗਿਆ ਸੀਗਾ ਕਿ ਬਾਬੇ ਨਾਨਕ ਦੇ ਨਾਮ ਦੇ ਫਲਸਫੇ ਨੂੰ ਅਸੀਂ ਦੁਨੀਆ ਭਰ ਦੇ ਵਿੱਚ ਹੋਰ ਵੀ ਉੱਚੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਲੈ ਕੇ ਜਾਣਾ, ਤਾਂ ਉਸ ਦੇ ਲਈ ਟਰਸਟ ਦੇ ਵੱਲੋਂ ਅੱਧਾ ਪੈਸਾ ਲਗਾਇਆ ਜਾਏਗਾ ਜ਼ਮੀਨ ਖਰੀਦਣ ਦੇ ਲਈ, ਤੇ ਅੱਧਾ ਪੈਸਾ ਲੋਕਾਂ ਦੇ ਵਿੱਚੋਂ ਇਕੱਠਾ ਕਰ ਲਿਆ ਜਾਏਗਾ। ਜਦੋਂ ਇਹ ਮਜ਼ਬੂਤੀ ਦੇ ਨਾਲ ਚੱਲ ਪਏਗਾ ਪ੍ਰੋਜੈਕਟ, ਤਾਂ ਉਸ ਦੇ ਵਿੱਚੋਂ ਹੌਲੀ ਹੌਲੀ ਕਰਕੇ ਟਰਸਟ ਦਾ ਪੈਸਾ ਵਾਪਿਸ ਕੱਢ ਦਿੱਤਾ ਜਾਏਗਾ, ਤੇ ਪੂਰੀ ਮਾਲਕੀ ਜਿਹੜੀ ਹੈ ਉਹ ਲੋਕਾਂ ਨੂੰ ਦੇ ਦਿੱਤੀ ਜਾਏਗੀ। ਜਿਹੜੇ ਮੈਂਬਰ ਬਣਨਗੇ ਉਹਨਾਂ ਦੇ ਵਿੱਚੋਂ ਹੀ ਉਸ ਨੂੰ ਸੰਚਾਲਨ ਕਰਨ ਦੇ ਲਈ ਸਾਰੇ ਲੋਕ ਅੱਗੇ ਆਣਗੇ,
ਔਰ ਸਮੇਂ-ਸਮੇਂ ਦੇ ਉੱਤੇ ਉਸ ਦੀ ਚੋਣ ਵੀ ਹੁੰਦੀ ਰਹੇਗੀ। ਲੇਕਿਨ ਇਸ ਮੁੱਦੇ ਨੂੰ ਲੈ ਕੇ ਹੁਣ ਮੁੱਦਾ ਗਰਮਾ ਗਿਆ ਹੈ ਕਿ ਇਹਦੇ ਵਿੱਚ ਜਿਹੜੀ ਹੈ ਬੜੇ ਵੱਡੇ ਲੈਵਲ ਤੇ ਠੱਗੀ ਹੋ ਰਹੀ ਹੈ ਔਰ ਇਹ ਮੁੱਦਾ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਜੀ। ਤੇ ਇਸ ਕਰਕੇ ਹੁਣ ਉਸ ਚਰਚਾ ਦੇ ਵਿਸ਼ੇ ਬਣਨ ਕਰਕੇ ਇਹ ਮੁੱਦਾ ਦੁਬਾਰਾ ਉੱਭਰ ਕੇ ਆ ਰਿਹਾ ਤੇ ਮੈਂ ਸਮਝਦਾ ਕਿ ਇਸ ਦੇ ਉੱਤੇ ਹੁਣ ਨਿਸ਼ਪਕਸ਼ ਜਿਹੜਾ ਆ ਉਹ ਹਰ ਚੀਜ਼ ਸਾਹਮਣੇ ਆਏਗੀ। ਔਰ ਕਿਉਂਕਿ ਅਸੀਂ ਕੋਈ ਕਿਸੇ ਤਰ੍ਹਾਂ ਦਾ ਐਲੀਗੇਸ਼ਨ ਇਸ ਲਈ ਹਾਲੇ ਨਹੀਂ ਲਗਾ ਸਕਦੇ ਕਿਉਂਕਿ ਜਦੋਂ ਤੱਕ ਚੀਜ਼ ਸਾਹਮਣੇ ਕਲੀਅਰ ਹੋ ਕੇ ਨਾ ਆ ਜਾਵੇ ਤਾਂ ਮੈਂ ਸਮਝਦਾ ਕਿ ਸਰਕਾਰਾਂ ਔਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਵੀ ਇਸ ਦੇ ਨਾਲ ਜੁੜੀਆਂ ਹੋਈਆਂ, ਲੋਕਲ ਪ੍ਰਸ਼ਾਸਨ ਜਿਸ ਦੇ ਕੋਲ ਵੀ ਇਸ ਦੀ ਜਾਂਚ ਕਰਨ ਦਾ ਜ਼ਿੰਮੇਵਾਰੀ ਹੈ, ਉਹ ਨਿਸ਼ਪਕਸ਼ਤਾ ਦੇ ਨਾਲ ਜਾਂਚ ਕਰਨ ਔਰ ਇਹ ਮੁੱਦਾ ਸਾਹਮਣੇ ਲੈ ਕੇ ਆਣ ਤਾਂ ਕਿ ਜੋ ਸੋਚ ਨਿਰਪੱਖ ਸੋਚ ਹੈ, ਜਿਹੜੀ ਧਾਰਮਿਕ ਸੋਚ ਹੈ, ਉਸ ਨੂੰ ਲੈ ਕੇ ਅੱਗੇ ਚੱਲਿਆ ਜਾਵੇ ਔਰ ਉਹੀ ਸੋਚ ਜਿਹੜੀ ਹੈ ਅੱਗੇ ਵਧੇ ਤਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਫਲਸਫਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਸਿਰ ਚੱਕ ਕੇ ਜਿਹੜਾ ਅੱਗੇ ਜਾ ਸਕੇ। ਉਹਦੇ ਉੱਤੇ ਕੋਈ ਵੀ ਇਲਜ਼ਾਮ ਐਸਾ ਨਾ ਆਵੇ ਕਿ ਉਸ ਦੇ ਨਾਮ ਦੇ ਉੱਤੇ ਕਿਸੇ ਲੋਕਾਂ ਦੇ ਨਾਲ ਜਿਹੜੀ ਹੈ ਉਹ ਠੱਗੀ ਕੀਤੀ ਗਈ ਹੈ। ਜੀ ਬਿਲਕੁਲ ਮਹਿੰਦਰੋ ਜੀ, ਔਰ ਜ਼ਿੰਮੇਵਾਰੀ ਬਣ ਜਾਂਦੀ ਹੈ। ਮੇਰਾ ਖਿਆਲ ਹੈ ਕਿ ਜਿਹੜੇ ਧਰਮ ਪੰਥ ਵਾਲੇ ਲੋਕ ਨੇ, ਜਿਹੜੇ ਇਦਾਂ ਦੀਆਂ ਗੱਲਾਂ ਜਿਹੜੀਆਂ ਚਾਹੁੰਦੇ ਨੇ ਕਿ ਹਾਂ ਕੁਝ ਵਧੀਆ ਹੋਵੇ, ਪਰ ਇਦਾਂ ਦੇ ਲੋਕ ਜਿਹੜੇ ਆ ਜਾਂਦੇ ਨੇ, ਜਿਹੜੇ ਇਹਦੇ ਪ੍ਰੋਜੈਕਟ ਅਧੂਰੇ ਰਹਿ ਜਾਂਦੇ ਨੇ, ਇਹਦੇ ਉੱਤੇ ਵੀ ਸਮੁੱਚੇ ਪੰਥ ਨੂੰ, ਸਮੁੱਚੇ ਭਾਈਚਾਰੇ ਨੂੰ ਜਿਹੜੇ ਨਜ਼ਰਸਾਨੀ ਕਰਨ ਦੀ ਲੋੜ ਹੁੰਦੀ ਹੈ ਕਿ ਕੀ ਆਉਣ ਵਾਲੇ ਸਮੇਂ 'ਚ ਅਸੀਂ ਇਸ ਤਰ੍ਹਾਂ ਦਾ ਕੁਝ ਸੋਚ ਸਕਦੇ ਹਾਂ ਕਿ ਅਸੀਂ ਇਦਾਂ ਦਾ ਭਰੋਸਾ ਕਰ ਸਕਦੇ ਹਾਂ ਤੇ ਇਦਾਂ ਦੀ ਗੱਲ ਕਰ ਸਕਦੇ ਹਾਂ ਕਿ ਅਸੀਂ 4 ਸਾਲਾਂ ਦੇ ਦੁੱਗਣੇ ਪੈਸੇ ਲੈਣ ਵਾਸਤੇ ਜਾਂ 5 ਸਾਲਾਂ ਦੁੱਗਣੇ ਪੈਸੇ ਜਿਹੜੇ ਉਹ ਮਿਲ ਜਾਣਗੇ ਪ੍ਰੋਜੈਕਟ ਦੇ ਉੱਤੇ ਭਰੋਸਾ ਕਰ ਸਕਦੇ ਹਾਂ। ਇਸ ਇਦਾਂ ਦੇ ਪ੍ਰੋਜੈਕਟਾਂ ਦੀ ਜਿਹੜੀ ਭਰੋਸੇਯੋਗਤਾ ਇਹ ਵੀ ਸਵਾਲਾਂ ਦੇ ਘੇਰੇ 'ਚ ਜ਼ਰੂਰ ਜਿਹੜੀ ਆ ਗਈ ਹੈ ਤੇ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਪੰਜਾਬ ਦੇ ਸਿੱਖ ਵੀ ਇਸ ਮੁੱਦੇ ਤੇ ਜ਼ਰੂਰ ਜਿਹੜੀ ਹੈ ਗਹਿਰਾਈ ਨਾਲ ਵਿਚਾਰ ਕਰਨਗੇ। ਸੋ ਅੱਜ ਦੀ ਵਿਚਾਰ ਚਰਚਾ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜ ਕੇ ਆਪਣੇ ਕੀਮਤੀ ਵਿਚਾਰ ਦਿੱਤੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਮੂਹ ਸਰੋਤਿਆਂ ਦਾ, ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।